ਨੈਕਸਟ ਆਪਣੇ ਕੋਲ ਟੌਪਿਕ ਹੈਗਾ ਇਨਕਮ ਫਰੋਮ ਅਦਰ ਸੋਰਸਿਸ। ਆਪਾਂ ਨੇ ਸੋਰਸ ਸੈਲਰੀ ਪੜ੍ਹ ਲਿਆ, ਹਾਊਸ ਪ੍ਰੋਪਰਟੀ ਪੜ੍ਹ ਲਿਆ, ਬਿਜ਼ਨਸ ਐਂਡ ਪ੍ਰੋਫੈਸ਼ਨ ਪੜ੍ਹ ਲਿਆ, ਕੈਪੀਟਲ ਗੇਨ ਪੜ੍ਹ ਲਿਆ। 4 ਹੈਡ ਹੋ ਗਏ। ਲਾਸਟ ਹੈਡ ਆਪਣਾ ਹੈਗਾ ਇਨਕਮ ਫਰੋਮ ਅਦਰ ਸੋਰਸਿਸ। ਮਤਲਬ ਉਸ ਤੋਂ ਇਲਾਵਾ ਜਿੰਨੀਆਂ ਵੀ ਸਾਨੂੰ ਇਨਕਮਸ ਹੋ ਰਹੀਆਂ ਨੇ ਉਹ ਸਾਰੀਆਂ ਕਿਹਦੇ ਚ ਆ ਜਾਣਗੀਆਂ? ਅਦਰ ਸੋਰਸਿਸ ਹੋਣਗੀਆਂ। ਇਹਨਾਂ ਨੇ ਕੁਝ ਇਨਕਮਸ ਲਿਖੀਆਂ ਵੀ ਨੇ 363। ਸਭ ਤੋਂ ਪਹਿਲਾਂ ਇਨਕਮ 63। ਸਭ ਤੋਂ ਪਹਿਲਾਂ ਹੈਗਾ ਡਿਵੀਡੈਂਡਸ। ਡਿਵੀਡੈਂਡ ਦੇਖੋ ਵੀ ਅਗਰ ਆਪਾਂ ਨੂੰ ਵੈਸੇ ਤਾਂ ਡਿਵੀਡੈਂਡ ਮਿਲਣਾ ਫ੍ਰੀ ਹੁੰਦਾ, ਲੇਕਿਨ ਡਿਵੀਡੈਂਡ ਦੇ ਵਿੱਚ ਅਦਰ ਸੋਰਸਿਸ ਇਹਨਾਂ ਲਿਖਿਆ ਹੈਗਾ, ਕਹਿੰਦਾ ਪ੍ਰੋਫਿਟ ਹੀ ਮੰਨਿਆ ਜਾਂਦਾ ਹੈਗਾ ਇੱਕ ਤਰ੍ਹਾਂ ਦਾ। ਅਗਰ ਤਾਂ ਕਹਿੰਦਾ ਤੁਹਾਨੂੰ ਡਿਵੀਡੈਂਡ ਕਿਸੇ ਪ੍ਰਕਾਰ ਦਾ ਵੀ ਹੋ ਰਿਹਾ, ਰਿਸੀਵ ਹੋ ਰਿਹਾ, 10,000 ਤੱਕ ਦਾ ਫ੍ਰੀ ਹੁੰਦਾ। ਤੁਸੀਂ ਜੇ ਆਪਣੇ ਨਾਲ ਪੁਆਇੰਟ ਵੀ ਲਿਖ ਲਓ, 10,000 ਤੱਕ ਤਾਂ ਤੁਹਾਨੂੰ ਡਿਵੀਡੈਂਡ ਮਿਲ ਰਿਹਾ ਉਹ ਤਾਂ ਫ੍ਰੀ ਹੈ। ਅਗਰ 10,000 ਤੋਂ ਉੱਪਰ ਦੀ ਅਮਾਊਂਟ ਮਿਲ ਰਹੀ ਫਿਰ ਤੁਹਾਨੂੰ ਉਹਦੇ ਉੱਪਰ ਟੈਕਸ ਪੇ ਕਰਨਾ ਪੈਣਾ ਹੈਗਾ। ਦੂਸਰਾ ਹੈ ਕੀਮੈਨ ਇੰਸ਼ੋਰੈਂਸ ਪਾਲਿਸੀ। ਕੀਮੈਨ ਇੰਸ਼ੋਰੈਂਸ ਪਾਲਿਸੀ ਦੇ ਉੱਪਰ ਅਗਰ ਤੁਹਾਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਬੋਨਸ ਮਿਲ ਰਿਹਾ ਹੈਗਾ, ਉਹ ਕਹਿੰਦਾ ਵੀ ਇਫ ਇਟ ਇਜ਼ ਨੋਟ ਟੈਕਸੇਬਲ ਅੰਡਰ ਐਨੀ ਹੈਡ, ਅਗਰ ਕਿਸੇ ਹੈਡ ਦੇ ਅੰਡਰ ਉਹਦਾ ਤੁਸੀਂ ਟੈਕਸ ਪੇ ਨਹੀਂ ਕੀਤਾ ਹੈਗਾ ਕੀਮੈਨ ਇੰਸ਼ੋਰੈਂਸ ਪਾਲਿਸੀ ਦਾ, ਫਿਰ ਉਹਨੂੰ ਤੁਸੀਂ ਅਦਰ ਇਨਕਮ ਦੇ ਵਿੱਚ ਪੇ ਕਰੋਗੇ। ਫਿਰ ਹੈ ਵਿਨਿੰਗ ਫਰੋਮ ਲੋਟਰੀ। ਲੋਟਰੀ ਦਾ ਤੁਹਾਨੂੰ ਪਤਾ ਹੀ ਹੈ, ਚਾਹੇ ਤੁਸੀਂ ਹੋਰਸ ਰਾਈਡਿੰਗ 'ਚ ਪੈਸੇ ਲਗਾਏ ਹੈ, ਚਾਹੇ ਕਿਸੇ ਕਾਰਡ ਗੇਮਸ 'ਚ ਪੈਸੇ ਲਗਾਏ ਹੈ, ਜਾਂ ਉਸ ਤੋਂ ਇਲਾਵਾ ਕਿਸੇ ਹੋਰ ਗੇਮ ਦੇ ਵਿੱਚ ਤੁਸੀਂ ਪੈਸੇ ਲਗਾਏ ਹੈ, ਤੁਹਾਨੂੰ ਪੈਸੇ ਰਿਸੀਵ ਹੋਏ ਨੇ, ਉਹ ਵੀ ਤੁਹਾਡੀ ਅਦਰ ਇਨਕਮ ਮੰਨੀ ਜਾਣੀ ਆ। ਫਿਰ ਹੈ ਕੰਟਰੀਬਿਊਸ਼ਨ ਟੂ ਪ੍ਰੋਵੀਡੈਂਟ ਫੰਡ। ਜਿੰਨਾ ਵੀ ਅਸੀਂ ਪ੍ਰੋਵੀਡੈਂਟ ਫੰਡ ਦੇ ਵਿੱਚ ਕੰਟਰੀਬਿਊਸ਼ਨ ਕਰਦੇ ਹਾਂ ਸਾਡਾ ਟੈਕਸ ਫ੍ਰੀ ਹੁੰਦਾ ਹੈ। ਜਿਹੜਾ ਤੁਹਾਨੂੰ ਉਹਦੇ ਉੱਪਰ ਇੰਟਰਸਟ ਮਿਲਦਾ ਹੈ, ਜਦੋਂ ਪ੍ਰੋਵੀਡੈਂਟ ਫੰਡ ਆਪਾਂ ਨੂੰ ਮਿਲਦਾ, ਤਾਂ ਅਗਰ ਤੁਹਾਡਾ ਇੰਟਰਸਟ 30,000 ਤੋਂ ਜ਼ਿਆਦਾ ਹੈ ਤਾਂ ਤੁਸੀਂ ਉਹਦਾ ਟੈਕਸੇਬਲ ਹੋ ਜਾਏਗਾ ਉਹ। ਅਗਰ ਘੱਟ ਹੈ ਫਿਰ ਉਹ ਟੈਕਸ ਫ੍ਰੀ ਹੁੰਦਾ ਹੈ। ਇਹ ਪੁਆਇੰਟ ਵੀ ਤੁਸੀਂ ਇਹਦੇ ਨਾਲ ਲਿਖ ਸਕਦੇ ਹੋ। ਅਗਰ ਇੰਟਰਸਟ ਔਨ ਪ੍ਰੋਵੀਡੈਂਟ ਫੰਡ 30,000 ਤੋਂ ਜ਼ਿਆਦਾ ਹੈ ਫਿਰ ਤਾਂ ਟੈਕਸ ਪੇ ਕਰਨਾ ਪੈਣਾ ਹੈ। ਅਗਰ ਘੱਟ ਹੈ ਫਿਰ ਕੋਈ ਲੋੜ ਨਹੀਂ ਹੁੰਦੀ। ਇਨਕਮ ਬਾਈ ਵੇ ਆਫ ਇੰਟਰਸਟ ਔਨ ਸਿਕਿਉਰਿਟੀਜ਼। ਅਗਰ ਤੁਹਾਨੂੰ ਕਹਿੰਦਾ ਕਿ ਸਿਕਿਉਰਿਟੀਜ਼ ਦੇ ਉੱਪਰ ਕਿਸੇ ਪ੍ਰਕਾਰ ਦੀ ਕੋਈ ਇਨਕਮ ਹੋਈ ਹੈ ਜਿਹੜੀ ਕਿਸੇ ਹੈਡ ਦੇ ਵਿੱਚ ਚਾਰਜ ਨਹੀਂ ਹੋਈ, ਤਾਂ ਤੁਸੀਂ ਅਦਰ ਇਨਕਮ ਦੇ ਵਿੱਚ ਉਹਨੂੰ ਪੇ ਕਰੋਗੇ। ਇਨਕਮ ਫਰੋਮ ਹਾਇਰਿੰਗ ਮਸ਼ੀਨਰੀ। ਅਗਰ ਤੁਸੀਂ ਕਿਸੇ ਪ੍ਰਕਾਰ ਦੀ ਕੋਈ ਮਸ਼ੀਨਰੀ ਕਿਸੇ ਤੋਂ ਹਾਇਰ ਕਰੀ, ਹਾਇਰ ਕਰਨ ਵਾਲੀ ਕਿਰਾਏ ਤੇ ਲਈ ਤੁਹਾਨੂੰ ਇਨਕਮ ਜਨਰੇਟ ਹੋ ਰਹੀ ਹੈਗੀ ਹੈ, ਤਾਂ ਉਹਦਾ ਤੁਹਾਡਾ ਅਦਰ ਇਨਕਮ 'ਚ ਟੈਕਸ ਪੇ ਹੋਊਗਾ। ਹਾਇਰਿੰਗ ਆਊਟ ਆਫ ਬਿਲਡਿੰਗ ਐਂਡ ਮਸ਼ੀਨਰੀ। ਅਗਰ ਤੁਸੀਂ ਕਿਸੇ ਪ੍ਰਕਾਰ ਦੀ ਬਿਲਡਿੰਗ ਜਾਂ ਫਿਰ ਮਸ਼ੀਨਰੀ ਵਗੈਰਾ ਕਿਰਾਏ ਤੇ ਲਈ, ਉਹਦਾ ਤੁਹਾਨੂੰ ਟੈਕਸ ਪੇ ਕਰਨਾ ਪੈਣਾ ਹੈ। ਮਨੀ ਗਿਫਟ। ਮਨੀ ਗਿਫਟ ਹਮੇਸ਼ਾ ਅਗਰ 50,000 ਤੋਂ ਜ਼ਿਆਦਾ ਦੀ ਅਮਾਊਂਟ ਹੈ, ਕਿਸੇ ਵੀ ਰਿਸ਼ਤੇਦਾਰ ਨੇ, ਕਿਸੇ ਵੀ ਇੰਡੀਵਿਜੂਅਲ ਪਰਸਨ ਨੇ, ਕਿਸੇ ਵੀ ਮੈਰਿਜ ਤੇ ਕਾਫੀ ਪੁਆਇੰਟ ਲਿਖੇ ਹੈਗੇ ਨੇ, ਜਾਂ ਕਿਸੇ ਦੇ ਘਰ ਵਾਲੇ ਨੇ ਘਰ ਵਾਲੇ ਨੂੰ, ਜਾਂ ਘਰ ਵਾਲੇ ਨੇ ਘਰ ਨੂੰ, ਬ੍ਰਦਰ ਜਾਂ ਸਿਸਟਰ ਨੇ ਕਿਸੇ ਨੂੰ ਵੀ ਕੁਝ ਦਿੱਤਾ ਹੋਵੇ, ਅਗਰ 50,000 ਤੋਂ ਜ਼ਿਆਦਾ ਦੀ ਅਮਾਊਂਟ ਹੈ ਫਿਰ ਤਾਂ ਤੁਹਾਡੀ ਇਨਕਮ ਆ ਜਾਊਗੀ ਟੈਕਸੇਬਲ ਦੇ ਵਿੱਚ। ਹਾਂਜੀ ਹਾਂਜੀ। ਅਗਰ ਘੱਟ ਹੈ ਫਿਰ ਉਹ ਨੀਲ ਹੁੰਦੀ ਹੈ। ਨੀਚੇ ਲਿਖਿਆ ਵੀ ਹੈ ਗਿਫਟ ਇਨ ਕੈਸ਼ ਔਰ ਕਾਈਂਡ। ਚਾਹੇ ਉਹ ਕੈਸ਼ ਦੇ ਵਿੱਚ ਹੋਵੇ ਚਾਹੇ ਬੈਂਕ ਦੇ ਵਿੱਚ। ਜਿਵੇਂ ਕਾਈਂਡ ਦਾ ਮਤਲਬ ਕੀ ਹੋ ਗਿਆ, ਚਾਹੇ ਜਿਵੇਂ ਕੋਈ ਹੋਰ ਆਪਾਂ ਨੇ ਗਿਫਟ ਦਿੱਤਾ, ਜਾਂ ਫਿਰ ਉਹ ਕਾਈਂਡ ਦੇ ਵਿੱਚ ਅਗਰ ਉਹਦੀ ਵੈਲਿਊ ਜਿਵੇਂ ਪ੍ਰੀਸ਼ੀਅਸ ਗੋਲਡ ਹੀ ਹੋ ਗਿਆ ਜਾਂ ਕੁਝ ਵੀ ਹੋ ਗਿਆ, ਅਗਰ ਉਹਦੀ ਵੈਲਿਊ 50,000 ਤੋਂ ਜ਼ਿਆਦਾ ਹੋ ਜਾ ਰਹੀ ਹੈ ਫਿਰ ਤਾਂ ਉਹ ਟੈਕਸੇਬਲ ਇਨਕਮ ਹੋ ਜਾਂਦੀ ਹੈ। ਅਗਰ ਘੱਟ ਹੈ ਤਾਂ ਫਿਰ ਉਹ ਫ੍ਰੀ ਹੋਏਗੀ। ਇਹਨਾਂ ਨੇ ਲਿਖਿਆ ਵੀ ਹੈਗਾ ਵੀ ਕਾਈਂਡ ਦੇ ਵਿੱਚ ਇਹਨਾਂ ਨੇ ਜਿਵੇਂ ਲਿਖਿਆ ਹੈਗਾ ਸ਼ੇਅਰਸ, ਜਿਊਲਰੀ, ਡਰਾਇੰਗ, ਪੇਂਟਿੰਗ, ਸਕਲਪਚਰਸ, ਵਰਕ ਆਫ ਆਰਟ, ਬਿਲੀਅਨ, ਕੁਝ ਵੀ ਤੁਹਾਨੂੰ ਮਿਲ ਰਿਹਾ ਹੈਗਾ ਉਹਦੇ ਉੱਪਰ ਤੁਹਾਨੂੰ ਟੈਕਸ ਪੇ ਕਰਨਾ ਪੈਣਾ ਅਗਰ 50,000 ਦੀ ਅਮਾਊਂਟ ਜ਼ਿਆਦਾ ਹੈ। ਸ਼ੇਅਰਸ ਐਜ਼ ਅ ਗਿਫਟ। ਅਗਰ ਤੁਹਾਨੂੰ ਕਹਿੰਦਾ ਸ਼ੇਅਰ ਵੀ ਕਿਸੇ ਨੇ ਟ੍ਰਾਂਸਫਰ ਕੀਤੇ ਨੇ ਜਾਂ ਸ਼ੇਅਰ ਤੁਹਾਨੂੰ ਆਪਣੇ ਦਿੱਤੇ ਹੈਗੇ ਨੇ ਗਿਫਟ ਦੇ ਤੌਰ ਤੇ, ਗਿਫਟ ਵੀ ਉਹੀ ਸੇਮ ਅਮਾਊਂਟ ਹੋਗੀ। ਅਗਰ 50,000 ਤੋਂ ਜ਼ਿਆਦਾ ਤੁਹਾਨੂੰ ਟੈਕਸੇਬਲ ਇਨਕਮ ਵਿੱਚ ਆ ਜਾਣਗੇ। ਸ਼ੇਅਰ ਪ੍ਰੀਮੀਅਮ ਇਨ ਐਕਸੈਸ ਆਫ ਦੀ ਫੇਅਰ ਮਾਰਕੀਟ ਵੈਲਿਊ ਟੂ ਟ੍ਰੀਟਡ ਐਜ਼ ਇਨਕਮ। ਅਗਰ ਸ਼ੇਅਰ ਦਾ ਜਿਹੜਾ ਪ੍ਰੀਮੀਅਮ ਹੈ, ਕਈ ਵਾਰ ਅਸੀਂ ਸ਼ੇਅਰ ਪ੍ਰੀਮੀਅਮ ਤੇ ਸੇਲ ਕਰ ਦਿੰਦੇ ਹਾਂ, ਮਾਰਕੀਟ ਵੈਲਿਊ ਤੋਂ ਜ਼ਿਆਦਾ ਤੁਹਾਨੂੰ ਮਿਲ ਜਾ ਰਿਹਾ, ਉਹ ਵੀ ਤੁਹਾਡੀ ਟੈਕਸੇਬਲ ਇਨਕਮ ਹੋ ਜਾਏਗੀ। ਹੋਰ ਇਹਨਾਂ ਨੇ ਕੋਈ ਪੁਆਇੰਟ ਤੁਹਾਡੇ ਵਿੱਚ ਜਿਹੜਾ ਲਿਖਿਆ ਇਨਕਮ ਦੀ ਵੇ ਆਫ ਇੰਟਰਸਟ ਰਿਸੀਵਿੰਗ ਕੰਪਨਸੇਸ਼ਨ ਇਨਹਾਂਸ ਕੰਪਨਸੇਸ਼ਨ ਐਫਰਟ। ਤੁਹਾਨੂੰ ਕਿਸੇ ਵੀ ਪ੍ਰਕਾਰ ਦਾ ਕਹਿੰਦਾ ਕੋਈ ਮੁਆਵਜ਼ਾ ਮਿਲਿਆ ਹੈਗਾ, ਜਿਵੇਂ ਕਿ ਐਗਰੀਕਲਚਰ ਇਨਕਮ ਫਰੋਮ ਲੈਂਡ ਸਿਚੁਏਟਡ ਆਊਟਸਾਈਡ ਇੰਡੀਆ। ਤੁਹਾਨੂੰ ਕੋਈ ਐਗਰੀਕਲਚਰ ਇਨਕਮ ਹੋਈ ਹੈਗੀ ਹੈ ਲੇਕਿਨ ਉਹ ਤੁਹਾਡੀ ਲੈਂਡ ਜਿਹੜੀ ਹੈ ਇੰਡੀਆ ਤੋਂ ਬਾਹਰ ਹੈ, ਉਹਦਾ ਵੀ ਤੁਹਾਨੂੰ ਅਦਰ ਇਨਕਮ ਦੇ ਵਿੱਚ ਟੈਕਸ ਪੇ ਕਰਨਾ ਪੈਣਾ ਹੈਗਾ। ਕਿਸੇ ਵੀ ਪ੍ਰਕਾਰ ਦਾ ਬੈਂਕ ਡਿਪੋਜ਼ਿਟ, ਇੰਟਰਸਟ ਔਨ ਲੋਨ, ਇੰਟਰਸਟ ਔਨ ਸੇਵਿੰਗ ਬੈਂਕ, ਇਹ ਸਾਰੇ ਤੁਹਾਡੇ ਕਿਤੇ ਜਾਣਗੇ? ਅਦਰ ਇਨਕਮ ਜਾਣਗੇ। ਤੁਸੀਂ ਕੋਈ ਨੈਸ਼ਨਲ ਸੇਵਿੰਗ ਸਕੀਮ ਦੇ ਵਿੱਚ ਕੋਈ ਪੈਸਾ ਜਮ੍ਹਾਂ ਕਰਵਾਇਆ ਹੋਇਆ ਸੀ ਜਿਹਦੀ ਡਿਡਕਸ਼ਨ 80C ਦੇ ਵਿੱਚ ਹੈਗੀ ਹੈ, ਅਗਰ ਉਹਦੇ ਵਿੱਚ ਇੰਡਕਸ਼ਨ ਨਹੀਂ ਆ ਰਹੀ ਹੈਗੀ ਤਾਂ ਤੁਸੀਂ ਉਹਦੇ ਇਨਕਮ ਫਰੋਮ ਅਦਰ ਸੋਰਸਿਸ ਦੋਗੇ। ਕੋਈ ਐਨਯੂਟੀ ਤੁਹਾਨੂੰ ਕਹਿੰਦਾ ਵਿਲ ਦੇ ਅੰਦਰ ਮਿਲੀ ਹੈ। ਵਿਲ ਦਾ ਮਤਲਬ ਕਿ ਤੁਸੀਂ ਕੋਈ ਪਹਿਲਾਂ ਤੋਂ ਹੀ ਜਾਇਦਾਦ, ਜਿਵੇਂ ਅਸੀਂ ਲਿਖ ਲੈਂਦੇ ਕੋਈ ਪੇਪਰ ਵਗੈਰਾ ਲਿਖੇ ਹੁੰਦੇ ਨੇ, ਉਹਦੇ ਅੰਦਰ ਤੁਹਾਨੂੰ ਕੋਈ ਪੈਸਾ ਮਿਲਿਆ ਹੈਗਾ ਤਾਂ ਉਹ ਵੀ ਤੁਹਾਡੀ ਸਾਰੀ ਕੀ ਹੋ ਜਾਏਗੀ? ਅਦਰ ਇਨਕਮਸ ਆ ਜਾਣਗੀਆਂ। ਕੋਈ ਫੀਸ, ਕਮਿਸ਼ਨ ਰਿਸੀਵਡ ਬਾਈ EMPLOYEE ਫਰੋਮ ਏ ਪਰਸਨ ਅਦਰ ਦੈਨ ਹਿਜ਼ ਇੰਪਲੋਇਰਸ। ਆਪਣੇ ਇੰਪਲੋਇਰ ਤੋਂ ਇਲਾਵਾ ਕਿਸੇ ਵੀ ਪਰਸਨ ਤੋਂ ਤੁਹਾਨੂੰ ਕੋਈ ਪੈਸਾ ਮਿਲਿਆ ਹੈਗਾ, ਕਿਸੇ ਪ੍ਰਕਾਰ ਦੀ ਕੋਈ ਫੀਸ ਹੋ ਗਈ ਜਾਂ ਕੋਈ ਕਮਿਸ਼ਨ ਹੋ ਗਿਆ, ਤਾਂ ਉਹ ਵੀ ਤੁਹਾਡੀ ਅਦਰ ਇਨਕਮ ਟੈਕਸੇਬਲ ਹੋਏਗੀ। ਫਿਰ ਹੈ ਡਾਇਰੈਕਟਰ ਕਮਿਸ਼ਨ ਗਿਵਿੰਗ ਗਰੰਟੀ ਟੂ ਦੀ ਬੈਂਕ। ਅਗਰ ਡਾਇਰੈਕਟਰ ਨੂੰ ਕੋਈ ਕਮਿਸ਼ਨ ਹੋ ਰਿਹਾ, ਤੁਸੀਂ ਬੈਂਕ ਨੂੰ ਕੋਈ ਗਾਰੰਟੀ ਦਿੱਤੀ ਹੈਗੀ ਹੈ, ਤਾਂ ਵੀ ਤੁਹਾਡਾ ਇਨਕਮ ਫਰੋਮ ਟੈਕਸੇਬਲ। ਡਾਇਰੈਕਟਰ ਕਮਿਸ਼ਨ ਫॉर ਅੰਡਰਟੇਕਿੰਗ ਸ਼ੇਅਰਸ ਆਫ ਅ ਨਿਊ ਕੰਪਨੀ। ਡਾਇਰੈਕਟਰ ਕਿਸੇ ਨਵੀਂ ਕੰਪਨੀ ਦੇ ਸ਼ੇਅਰ ਟੇਕ ਕਰਦਾ ਹੈਗਾ ਤਾਂ ਉਹਦੇ ਵੀ ਉਹਨੂੰ ਟੈਕਸ ਪੇ ਕਰਨਾ ਪੈਣਾ ਹੈਗਾ।
ਡਾਇਰੈਕਟਰ ਨੂੰ ਜਿੰਨੀ ਫੀਸ ਮਿਲਦੀ ਹੋਊਗੀ ਉਹ ਵੀ ਟੈਕਸੇਬਲ ਹੋਊਗੀ ਅਦਰ ਇਨਕਮ ਦੇ ਵਿੱਚ। ਇਨਕਮ ਫਰੋਮ ਮਾਰਕੀਟ ਹੋ ਗਿਆ, ਲੀਜ਼ਹੋਲਡ ਪ੍ਰਾਪਰਟੀ ਹੋ ਗਿਆ, ਅਨਡਿਸਕਲੋਜ਼ਡ ਸੋਰਸਿਸ ਹੋ ਗਿਆ, ਜਿਨ੍ਹਾਂ ਸੋਰਸਿਸ ਬਾਰੇ ਸਾਨੂੰ ਪਤਾ ਹੀ ਨਹੀਂ ਹੈ ਉਹ ਸਾਰੀ ਇਨਕਮ ਜਿੰਨੀਆਂ ਵੀ ਆਉਣਗੀਆਂ ਤੁਹਾਡੀਆਂ ਅਦਰ ਸੋਰਸਿਸ ਚ ਆਉਣਗੀਆਂ। ਕੋਈ ਰਾਇਲਟੀ ਤੋਂ ਤੁਹਾਨੂੰ ਇਨਕਮ ਮਿਲ ਰਹੀ, ਆਪਾਂ ਕੁੱਲ ਮਿਲਾ ਕੇ ਗੱਲ ਕਰੀਏ ਤਾਂ ਵੀ ਜਿਹੜੀਆਂ ਇਨਕਮਸ ਆਪਾਂ ਪਿੱਛੇ ਨਹੀਂ ਪੜੀਆਂ, ਜਿੰਨਾ ਇਨਕਮ ਜਿੱਥੋਂ ਵੀ ਸਾਨੂੰ ਕੋਈ ਪੈਸਾ ਮਿਲ ਰਿਹਾ ਹੈਗਾ ਉਹ ਸਾਰੀਆਂ ਅਦਰ ਇਨਕਮ ਦੇ ਵਿੱਚ ਟ੍ਰੀਟ ਕੀਤੀਆਂ ਜਾਂਦੀਆਂ। ਜਿਵੇਂ ਐਗਜ਼ਾਮਪਲ ਇਹਨਾਂ ਲਿਖੀ ਵੀ ਹੈ, रेमोनेशन रिसीव्ड बाय टीचर्स और लॉयर बाय डूइंग एग्जामिनेशन वर्क। अगर कोई एग्जामिनेशन का काम करते ਤੁਹਾਨੂੰ ਪੈਸੇ ਵਗੈਰਾ ਮਿਲ ਰਹੇ ਹੈਗੇ ਨੇ, ਜਾਂ ਫਿਰ ਤੁਸੀਂ ਕੋਈ ਆਰਟੀਕਲ ਲਿਖ ਰਹੇ ਹੈਗੇ ਹੋ, ਤੁਹਾਨੂੰ ਸੈਲਰੀ ਆਫ ਮੈਂਬਰ ਆਫ ਪਾਰਲੀਮੈਂਟ ਮਿਲ ਰਹੀ ਹੈਗੀ ਹੈ, ਤਾਂ ਮਤਲਬ ਸਾਰੀਆਂ ਇਨਕਮ ਜਿੱਥੇ ਵੀ ਹੋਣਗੀਆਂ ਸਾਰੀਆਂ ਕਿਹਦੇ ਸਟ੍ਰੀਟ ਹੋਣਗੀਆਂ, ਇਨਕਮ ਫਰਮ ਅਦਰ ਸੋਰਸਿਸ। ਸਾਨੂੰ ਆਪਣੀ ਸਾਰੀ ਇਨਕਮ ਤਾਂ ਦਿਖਾਣੀ ਪੈਣੀ ਹੀ ਹੈ। ਫਿਰ ਆਉਂਦਾ ਤੁਹਾਡੇ ਕੋਲ ਡਿਵੀਡੈਂਡ। ਡਿਵੀਡੈਂਡ ਸਾਨੂੰ ਪਤਾ ਹੀ ਹੈ ਜਿਹੜੇ ਪ੍ਰੈਫਰੈਂਸ ਸ਼ੇਅਰ ਹੋਲਡਰਸ ਹੁੰਦੇ ਨੇ ਉਹਨਾਂ ਨੂੰ ਰਿਸੀਵ ਹੁੰਦਾ ਹੈਗਾ ਡਿਵੀਡੈਂਡ। ਜਿਹੜੇ ਇਕੁਇਟੀ ਸ਼ੇਅਰ ਹੋਲਡਰ ਨੂੰ ਪ੍ਰੈਫਰੈਂਸ ਉਸ ਤੋਂ ਬਾਅਦ ਹੀ ਉਹਨਾਂ ਨੂੰ ਮਿਲਦਾ ਹੈਗਾ। ਡਿਵੈਂਚਰ ਹੋਲਡਰ ਨੂੰ ਤਾਂ ਸਿਰਫ ਇੰਟਰਸਟ ਮਿਲਦਾ ਹੈਗਾ। ਇਹਦਾ ਟੈਕਸ ਟ੍ਰੀਟਮੈਂਟ ਕੀ ਹੈ? ਟੈਕਸ ਟ੍ਰੀਟਮੈਂਟ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਹੈਗਾ। ਅਗਰ ਇਹਦੀ ਵੈਲਿਊ 10,000 ਤੱਕ ਦੀ ਹੈਗੀ ਹੈ ਫਿਰ ਤਾਂ ਟੈਕਸ ਫ੍ਰੀ ਹੁੰਦੇ ਹੈਗੇ। ਅਗਰ ਵੈਲਿਊ 10,000 ਤੋਂ ਜ਼ਿਆਦਾ ਹੋ ਜਾਏਗੀ ਫਿਰ ਤੁਹਾਨੂੰ ਉਹਦੇ ਉੱਪਰ ਟੈਕਸ ਪੇ ਕਰਨਾ ਪਏਗਾ, ਜਿੰਨੀ ਵੀ ਤੁਹਾਡੀ ਟੋਟਲ ਅਮਾਊਂਟ ਸ਼ੋ ਹੋਊਗੀ। ਇਹ ਨਹੀਂ ਕਿ ਤੁਸੀਂ 10,000 ਉਹਦੇ ਚੋਂ ਘਟਾ ਲਓਗੇ। ਐਗਜ਼ਾਮਪਲ ਤੁਹਾਨੂੰ 12,000 ਮਿਲੀ ਹੈਗੀ ਹੈ, ਤੁਸੀਂ 10,000 ਘਟਾ ਲਓਗੇ, 2 ਦੇ ਉੱਪਰ ਪੇ ਕਰੋਗੇ, ਨਹੀਂ, ਪੂਰਾ ਦਾ ਪੂਰਾ 12,000 ਤੁਹਾਨੂੰ ਦਿਖਾਣਾ ਪਊਗਾ ਵੀ ਸਾਡਾ ਟੈਕਸੇਬਲ ਹੈਗਾ। ਠੀਕ ਹੈ। ਉਸ ਤੋਂ ਬਾਅਦ ਤੁਹਾਡੇ ਕੋਲ ਇਹਦੇ ਵਿੱਚ ਆ ਰਿਹਾ ਹੈਗਾ ਜੀ डिडक्शन इन कैलकुलेटिंग इनकम फ्रॉम अदर सोर्सेज। अदर सोर्सेज ਕਿਹੜੀ ਕਿਹੜੀ ਡਿਡਕਸ਼ਨ ਮਿਲਣਗੀਆਂ? ਫਰੋਮ ਇੰਟਰਸਟ ਔਨ ਸਿਕਿਉਰਿਟੀਜ਼। ਅਗਰ ਕਹਿੰਦਾ ਇੰਟਰਸਟ ਔਨ ਸਿਕਿਉਰਿਟੀਜ਼ ਤੁਹਾਡੀਆਂ ਪਹਿਲਾਂ ਹੀ ਕਿਸੇ ਹੋਰ ਹੈਡ ਦੇ ਵਿੱਚ ਤੁਸੀਂ ਪੇ ਨਹੀਂ ਕੀਤੀ ਹੈਗੀ ਟੈਕਸ ਵਗੈਰਾ, ਫਿਰ ਅਗਰ ਤਾਂ ਪੈਸੇ ਹੋਰ ਹੈਡ 'ਚ ਪੇ ਕਰਤੀਆਂ ਫਿਰ ਤਾਂ ਮਤਲਬ ਇਨਕਮ ਤੁਹਾਨੂੰ ਡਿਡਕਸ਼ਨ 'ਚ ਮਿਲ ਜਾਣੀ ਹੈ। ਅਗਰ ਨਹੀਂ ਪੇ ਕੀਤਾ ਤਾਂ ਫਿਰ ਤੁਹਾਨੂੰ ਇਸ ਹੈਡ ਦੇ ਵਿੱਚ ਪੇ ਕਰਨੇ ਹੀ ਪੈਣੇ ਹੈਗੇ ਨੇ। ਉਸ ਤੋਂ ਬਾਅਦ ਇਨਕਮ ਡਰਾਈਵਡ ਫਰੋਮ ਲੈਟਿੰਗ। ਲੈਟਿੰਗ ਦਾ ਮਤਲਬ ਤੁਸੀਂ ਆਪਣੀ ਬਿਲਡਿੰਗ ਜਾਂ ਫਿਰ ਆਪਣਾ ਕੋਈ ਤੁਹਾਡੀ ਜਗ੍ਹਾ ਹੋਗੀ ਜਾਂ ਤੁਹਾਡੀ ਕੋਈ ਮਸ਼ੀਨਰੀ ਹੋਗੀ, ਪਲਾਂਟ ਹੋ ਗਿਆ, ਤੁਹਾਨੂੰ ਜਦੋਂ ਉਹਨਾਂ ਨੂੰ ਤੁਸੀਂ ਕਹਿੰਦਾ ਬਾਹਰ ਦੋਗੇ ਤੇ ਡੈਪਰੀਸ਼ੀਏਸ਼ਨ ਤੁਹਾਨੂੰ ਲੈਟ ਆਊਟ ਦੇ ਵਿੱਚ ਮਿਲ ਜਾਂਦੀ। ਤੁਸੀਂ ਡੈਪਰੀਸ਼ੀਏਸ਼ਨ ਚਾਰਜ ਕਰੋਗੇ ਤੁਹਾਨੂੰ ਉਹਦਾ ਫਾਇਦਾ ਮਿਲ ਜਾਂਦਾ ਵੀ ਉਨੀ ਵੈਲਿਊ ਦੇ ਉੱਪਰ ਤੁਹਾਨੂੰ ਟੈਕਸ ਪੇ ਕਰਨਾ ਨਹੀਂ ਪੈਂਦਾ ਹੈਗਾ। ਇਨਕਮ ਇਨ ਨੇਚਰ ਆਫ ਫੈਮਿਲੀ ਪੈਨਸ਼ਨਸ। ਅਗਰ ਤੁਹਾਨੂੰ ਕਿਸੇ ਪ੍ਰਕਾਰ ਦੀ ਕਹਿੰਦਾ ਫੈਮਿਲੀ ਪੈਨਸ਼ਨ ਹੋ ਰਹੀ ਹੈ, ਅਸੀਂ ਮੰਨ ਕੇ ਚੱਲੀਏ ਤੁਹਾਡੀ ਇਨਕਮ ਦਾ 33% ਜਾਂ ਫਿਰ 15,000 ਜਿਹੜੀ ਅਮਾਊਂਟ ਲੈਸ ਹੋ ਜਾ ਰਹੀ ਹੈ ਉਨੀ ਲੈਸ ਹੋ ਜਾਊਗੀ, ਬਾਕੀ ਦੇ ਉੱਪਰ ਤੁਹਾਨੂੰ ਟੈਕਸ ਪੇ ਕਰਨਾ ਪੈਂਦਾ ਹੈਗਾ। ਇੰਟਰਸਟ ਔਨ ਕੰਪਨਸੇਸ਼ਨ, ਇਨਹਾਂਸ ਕੰਪਨਸੇਸ਼ਨ। ਤੁਹਾਨੂੰ ਕਿਸੇ ਪ੍ਰਕਾਰ ਦਾ ਕਹਿੰਦਾ 50% ਤੁਹਾਡੀ ਅਮਾਊਂਟ ਦਾ ਇਨਕਮ ਦਾ ਕੰਪਨਸੇਸ਼ਨ ਅਮਾਊਂਟ ਦਾ ਮਿਲ ਰਿਹਾ, ਉਹ ਤਾਂ ਠੀਕ ਹੈ। ਉਸ ਤੋਂ ਇਲਾਵਾ ਮੈਂ ਹੈਗੀ ਇਨਕਮ ਦਾ ਉਹਦੇ ਉੱਪਰ ਟੈਕਸ ਤੁਹਾਨੂੰ ਪੇ ਕਰਨਾ ਪੈਣਾ ਹੈ। ਅਦਰ ਡਿਡਕਸ਼ਨ ਅਸੀਂ ਜਿਵੇਂ ਪ੍ਰੋਵੀਡੈਂਟ ਫੰਡ ਦਾ ਇੰਟਰਸਟ ਪੜਿਆ ਸੀਗਾ ਵੀ ਅਗਰ 30,000 ਤੱਕ ਹੈਗਾ ਤਾਂ 30,000 ਤੱਕ ਨੀਲ ਹੋ ਜਾਊਗਾ। ਉਸ ਤੋਂ ਇਲਾਵਾ ਦੀ ਅਮਾਊਂਟ ਤੁਹਾਨੂੰ ਟੈਕਸ ਪੇ ਕਰਨੀ ਹੀ ਪੈਣੀ ਹੈ। ਕਿਹੜੀਆਂ ਅਮਾਊਂਟਸ ਹੋਣਗੀਆਂ ਜਿਹੜੀਆਂ ਡਿਡਕਟੇਬਲ ਨਹੀਂ ਹੈਗੀਆਂ, ਮੀਨ ਜਿਨ੍ਹਾਂ ਦੇ ਉੱਪਰ ਤੁਹਾਨੂੰ ਕੋਈ ਛੂਟ ਨਹੀਂ ਮਿਲਦੀ? ਐਨੀ ਪਰਸਨਲ ਐਕਸਪੈਂਸਿਸ ਆਫ ਅਸੈਸੀ। ਜਿਹੜੇ ਬੰਦੇ ਨੇ ਟੈਕਸ ਪੇ ਕਰਨਾ ਹੈ, ਜਿਹੜੀਆਂ ਉਹਦੀਆਂ ਪਰਸਨਲ ਖਰਚੇ ਹੋਣਗੇ ਉਹ ਕਦੀ ਵੀ ਇਹਦੇ ਵਿੱਚੋਂ ਮਾਈਨਸ ਨਹੀਂ ਹੁੰਦੇ ਹੈਗੇ। ਉਸ ਤੋਂ ਇਲਾਵਾ ਇਹਨਾਂ ਲਿਖਿਆ ਹੈਗਾ ਵੀ ਐਨੀ ਇੰਟਰਸਟ ਚਾਰਜੇਬਲ ਅੰਡਰ ਇਨਕਮ ਟੈਕਸ ਐਕਟ ਵਿਚ ਇਜ਼ ਪੇਬਲ ਆਊਟਸਾਈਡ ਇੰਡੀਆ। ਅਗਰ ਤੁਹਾਨੂੰ ਕਿਸੇ ਪ੍ਰਕਾਰ ਦਾ ਇੰਟਰਸਟ ਜਿਹੜਾ ਆਊਟਸਾਈਡ ਆਫ ਇੰਡੀਆ ਪੇਬਲ ਹੈ ਉਹਦੇ ਉੱਪਰ ਵੀ ਤੁਹਾਨੂੰ ਕੋਈ ਛੂਟ ਨਹੀਂ ਮਿਲਣ ਵਾਲੀ ਹੈਗੀ। ਐਨੀ ਪੇਮੈਂਟ ਵਿਚ ਇਜ਼ ਚਾਰਜੇਬਲ ਅੰਡਰ ਦੀ ਹੈਡ ਆਫ ਸੈਲਰੀ ਇਫ ਇਟ ਇਜ਼ ਪੇਬਲ ਆਊਟਸਾਈਡ। ਅਗਰ ਤੁਹਾਡੀ ਇਨਕਮ ਕੋਈ ਸੈਲਰੀ ਦੇ ਹੈਡ ਦੇ ਵਿੱਚ ਆਉਂਦੀ ਜਿਹੜੀ ਆਊਟਸਾਈਡ ਇੰਡੀਆ ਹੈਗੀ ਹੈ ਉਹ ਵੀ ਤੁਹਾਡੇ ਉੱਪਰ ਕੋਈ ਛੂਟ ਨਹੀਂ ਮਿਲਣ ਵਾਲੀ। ਐਨੀ ਐਕਸਪੈਂਸਿਵ ਰੈਫਰਡ ਇਨ ਦੀ ਸੈਕਸ਼ਨ 40A ਇਨ ਇਨਕਮ ਟੈਕਸ ਐਕਟ। ਅਗਰ ਕੋਈ ਐਕਸਪੈਂਸਿਵ ਤੁਹਾਡਾ ਇਨਕਮ ਟੈਕਸ ਐਕਟ ਦੇ ਅੰਡਰ ਆ ਗਿਆ ਤਾਂ ਉਹ ਵੀ ਤੁਹਾਡੇ ਉੱਪਰ ਕੋਈ ਛੂਟ ਮਿਲ। ਕੁੱਲ ਮਿਲਾ ਕੇ ਅਸੈਸੀ ਜਿੰਨੇ ਖਰਚੇ ਕਰਦਾ ਹੈਗਾ ਉਹ ਇਸ ਹੈਡ ਦੇ ਵਿੱਚ ਛੂਟ ਨਹੀਂ ਮਿਲਦੀ ਹੈਗੀ। ਫਿਰ ਟੈਕਸ ਕੰਸੈਸ਼ਨ। ਟੈਕਸ ਕੰਸੈਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਉਹਨੇ ਲਿਖਿਆ ਹੈਗਾ ਟੈਕਸ ਕੰਸੈਸ਼ਨ ਦਾ ਮਤਲਬ ਹੈ ਜਿਹੜੀ ਟੈਕਸ ਦੇ ਉੱਪਰ ਤੁਹਾਨੂੰ ਛੂਟ ਮਿਲਣੀ ਹੈ। ਸਭ ਤੋਂ ਪਹਿਲਾਂ ਤੇ ਜਾਂਦਾ ਐਗਜ਼ੈਂਪਟਡ ਇੰਟਰਸਟ। ਐਗਜ਼ੈਂਪਟਡ ਇਨਕਮ ਬਾਰੇ ਅਸੀਂ ਪਹਿਲਾਂ ਬਹੁਤ ਵਾਰੀ ਪੜ੍ਹ ਚੁੱਕੇ ਹੈਗੇ, ਜਿਹੜੀਆਂ ਸੈਕਸ਼ਨ 80C ਦੇ ਵਿੱਚ ਅਸੀਂ ਪੜ੍ਹੀਆਂ ਸੀਗੀਆਂ, ਉਹ ਤਾਂ ਸਾਰੀਆਂ ਤੁਹਾਡੀਆਂ ਛੂਟ ਦੇ ਵਿੱਚ ਹੁੰਦੀਆਂ ਨੇ। ਅਗਰ ਇਹਨਾਂ ਲਿਖਿਆ ਵੀ ਹੈਗਾ ਇਨ ਕੇਸ ਆਫ ਨॉन रेजिडेंट एनी इनकम बाय द इंटरेस्ट ऑफ सिक्योरिटीज बॉन्ड नोटिफाइड बाय सेंट्रल गवर्नमेंट इन ऑफिशियल गैजेट इंक्लूडिंग इनकम बाय द प्रीमियम ऑफ द रिडम्पशन ऑफ सच बॉन्ड्स। कोई भी सेंट्रल गवर्नमेंट ने कहना अगर थोड़े मीनस कोई भी बॉन्ड्स वगैरह हो गए या फिर सिक्योरिटीज ने ਤੁਹਾਨੂੰ ਉਹਦੇ ਉੱਪਰ ਕੋਈ ਇੰਟਰਸਟ ਮਿਲ ਰਿਹਾ ਹੈਗਾ ਉਹ ਤੁਹਾਡੇ ਸਾਰੇ ਐਗਜ਼ੈਂਪਟਡ ਹੋਣਗੇ। ਸੈਂਟਰਲ ਗਵਰਨਮੈਂਟ ਨੇ ਤੁਹਾਨੂੰ ਕੋਈ ਐਗਜ਼ੈਂਪਟਡ ਮੀਨਸ ਤੁਹਾਡੇ ਕੋਈ ਸਿਕਿਉਰਿਟੀਜ਼ ਬੌਂਡ ਨੇ ਉਹ ਸੈਂਟਰਲ ਗਵਰਨਮੈਂਟ ਨੇ ਅਗਰ ਨਹੀਂ ਦੱਸਿਆ ਹੋਇਆ ਫਿਰ ਤਾਂ ਟੈਕਸ ਪੇਬਲ ਹੋਊਗਾ। ਅਗਰ ਸੈਂਟਰਲ ਗਵਰਨਮੈਂਟ ਦੇ ਆਫੀਸ਼ੀਅਲ ਗੈਜਟ ਦੇ ਵਿੱਚ ਹੈਗਾ ਤਾਂ ਉਹ ਨੋਟੀਫਿਕੇਸ਼ਨ ਦੇ ਵਿੱਚ ਅਕਾਊਂਟਿੰਗ ਤੁਹਾਨੂੰ ਫ੍ਰੀ ਹੋ ਜਾਣਾ। ਨੰਬਰ 379 ਤੇ ਦੇਖੋ ਇੱਕ ਕੁਐਸਚਨ ਹੈਗਾ ਕੰਪੋਜੀਸ਼ਨ ਆਫ ਇਨਕਮ ਫਰੋਮ ਅਦਰ ਸੋਰਸਿਸ ਇਨ ਇੰਡੀਆ। ਇੰਡੀਆ ਦੇ ਵਿੱਚ ਕਹਿੰਦਾ ਅਦਰ ਸੋਰਸਿਸ ਤੁਹਾਨੂੰ ਕਿਹੜੀ ਇਨਕਮ ਹੋ ਸਕਦੀ ਹੈ। ਇੱਕ ਪਰਸਨ ਕੋਈ ਐਕਸ ਹੈਗਾ ਉਹਦੀ ਡਿਟੇਲ ਉਹਨੂੰ ਦਿੱਤੀ ਹੈਗੀ ਇੰਟਰਸਟ ਰਿਸੀਵਡ ਔਨ ਡਿਬੈਂਚਰਸ, ਟੈਕਸੇਬਲ ਬੌਂਡ, ਪ੍ਰੋਵੀਡੈਂਟ ਫੰਡ ਤੋਂ ਰਿਸੀਵ ਹੋਇਆ ਇੰਟਰਸਟ, ਫਿਰ ਡਿਵੀਡੈਂਡ ਸਾਨੂੰ ਰਿਸੀਵ ਹੋਇਆ ਮਿਊਚੁਅਲ ਫੰਡ ਤੋਂ, ਇੰਟਰਸਟ ਰਿਸੀਵ ਹੋਇਆ ਸਾਨੂੰ ਸੇਵਿੰਗ ਬੈਂਕ ਤੋਂ, ਕਿਸਾਨ ਵਿਕਾਸ ਪੱਤਰ ਤੋਂ ਵੀ ਸਾਨੂੰ ਕੋਈ ਇੰਟਰਸਟ ਹੋਇਆ,
ਨੈਸ਼ਨਲ ਸੇਵਿੰਗ ਸਰਟੀਫਿਕੇਟ ਤੋਂ ਵੀ ਹੋਇਆ। ਇਨਕਮ ਟੈਕਸ ਰਿਫੰਡ ਵੀ ਤੁਹਾਨੂੰ ਹੋਇਆ, ਉਹਦਾ ਤੁਹਾਨੂੰ ਇੰਟਰਸਟ ਮਿਲਿਆ ਹੈਗਾ। ਗਿਫਟ ਰਿਸੀਵਡ ਫਰੋਮ ਫਰੈਂਡ, ਵਿਨਿੰਗ ਫਰੋਮ ਟੈਲੀਵਿਜ਼ਨ ਸ਼ੋਜ਼। ਇਹ ਕੁਝ ਇਨਕਮ ਦਿਖਾਈਆਂ ਹੈਗੀਆਂ ਨੇ, ਸਾਨੂੰ ਇਹਨਾਂ ਨੂੰ ਅਦਰ ਇਨਕਮ ਦੇ ਵਿੱਚ ਸੋਲੂਸ਼ਨ ਕਰਨਾ ਹੈ। ਸਭ ਤੋਂ ਪਹਿਲਾਂ ਜਿਹੜੀ ਇੰਟਰਸਟ ਰਿਸੀਵਡ ਔਨ ਡਿਬੈਂਚਰ ਹੈ ਉਹ 15,000 ਹੈ। ਡਿਬੈਂਚਰ ਦੇ ਉੱਪਰ ਸਾਨੂੰ ਇੰਟਰਸਟ ਰਿਸੀਵ ਹੋ ਰਹੇਗਾ, ਅਸੀਂ ਕੋਈ ਇਹਦੇ ਬਾਰੇ ਕੋਈ ਗੱਲ ਨਹੀਂ ਕਰੀਏ, ਸਾਡਾ ਪੂਰਾ ਦਾ ਪੂਰਾ ਟੈਕਸੇਬਲ ਹੀ ਹੋਊਗਾ। ਇਹ ਸਾਡੀ ਇਨਕਮ ਮੰਨੀ ਜਾਂਦੀ ਹੈ। 15 ਦੀ 15,000 ਤੁਹਾਡੀ ਇਨਕਮ ਟੈਕਸੇਬਲ ਚਲੇਗੀ। ਇੰਟਰਸਟ ਰਿਸੀਵਡ ਔਨ ਟੈਕਸੇਬਲ ਬੌਂਡ, ਪਹਿਲਾਂ ਹੀ ਲਿਖਿਆ ਆ ਗਿਆ ਵੀ ਬੌਂਡ ਜਿਹੜਾ ਨੇ ਉਹ ਟੈਕਸੇਬਲ ਨੇ, ਉਹਦੇ ਉੱਪਰ ਤੁਹਾਨੂੰ ਇੰਟਰਸਟ ਮਿਲਿਆ 20,000 ਰੁਪਏ, ਇਹ ਵੀ ਤੁਹਾਡੀ ਟੈਕਸੇਬਲ ਇਨਕਮ ਹੋਗੀ। ਇੰਟਰਸਟ ਰਿਸੀਵਡ ਫਰੋਮ ਦੀ ਪਬਲਿਕ ਪ੍ਰੋਵੀਡੈਂਟ ਫੰਡ 30,000, ਪਬਲਿਕ ਪ੍ਰੋਵੀਡੈਂਟ ਫੰਡ ਦੇ ਵਿੱਚ 30,000 ਰੁਪਏ, ਮੈंने ਪਹਿਲਾਂ ਕਿਹਾ ਸੀ ਵੀ 30,000 ਤੱਕ ਜਾਂ ਉਸ ਤੋਂ ਘੱਟ ਦੀ ਅਮਾਉਂਟ ਹੋਊਗੀ ਨੀਲ ਹੁੰਦੀ ਹੈ। ਤਾਂ ਅੱਗੇ ਇਹਨਾਂ ਨੇ ਕੁਐਸਚਨ ਦੇ ਵਿੱਚ ਦਿਖਾਇਆ ਵੀ ਹੈ 30,000 ਸਾਨੂੰ ਇੰਟਰਸਟ ਹੋ ਰਿਹਾ ਤਾਂ ਉਹ ਤੁਹਾਡਾ ਕੀ ਹੋ ਗਿਆ, ਨੀਲ ਹੋ ਗਿਆ। ਡਿਵੀਡੈਂਡ ਰਿਸੀਵਡ ਫਰੋਮ ਦੀ ਮਿਊਚੁਅਲ ਫੰਡ, ਡਿਵੀਡੈਂਡ ਅਸੀਂ ਰਿਸੀਵ ਕੀਤਾ ਮਿਊਚੁਅਲ ਫੰਡ, ਡਿਵੀਡੈਂਡ ਦੀ ਅਸੀਂ ਕੰਡੀਸ਼ਨ ਲਿਖੀ ਵੀ ਸੀਗੀ 10,000 ਤੱਕ ਦਾ ਨੀਲ ਹੋਊਗਾ, 10,000 ਦੇ 10,000 ਤੋਂ ਘੱਟ ਅਮਾਉਂਟ ਦਾ, ਤਾਂ 10,000 ਦੀ ਇਹ ਅਮਾਉਂਟ ਵੀ ਤੁਹਾਡੀ ਨੀਲ ਹੋ ਗਈ। ਇੰਟਰਸਟ ਰਿਸੀਵਡ ਔਨ ਸੇਵਿੰਗ ਬੈਂਕ ਅਕਾਊਂਟ, ਸੇਵਿੰਗ ਬੈਂਕ ਅਕਾਊਂਟ ਤੋਂ ਤੁਹਾਨੂੰ ਇੰਟਰਸਟ ਮਿਲਿਆ ਹੈਗਾ 12,000, ਇਹ ਤੁਹਾਡਾ ਟੈਕਸੇਬਲ ਹੋਊਗਾ ਕਿਉਂਕਿ ਬੈਂਕ ਤੋਂ ਤੁਹਾਨੂੰ ਕੋਈ ਵੀ ਇੰਟਰਸਟ ਮਿਲੇ ਉਹ ਤੁਸੀਂ ਪੇਏਬਲ ਹੁੰਦੀ, ਤੁਹਾਡੀ ਇਨਕਮ ਮੰਨੀ ਜਾਂਦੀ ਹੈ। ਜਦੋਂ ਅਸੀਂ ਇਨਕਮ ਟੈਕਸ ਕੈਲਕੂਲੇਟ ਕਰਦੇ ਹਾਂ ਤਾਂ ਸਾਡੀ ਇਨਕਮ ਵਿੱਚ ਹਾਂਜੀ ਨਹੀਂ। ਇੰਟਰਸਟ ਰਿਸੀਵਡ ਔਨ ਸੇਵਿੰਗ ਬੈਂਕ ਅਕਾਊਂਟ ਤੋਂ ਬਾਅਦ ਹੈਗਾ ਇੰਟਰਸਟ ਰਿਸੀਵਡ ਔਨ ਕਿਸਾਨ ਵਿਕਾਸ ਪੱਤਰ। ਕਿਸਾਨ ਵਿਕਾਸ ਪੱਤਰ ਦਾ ਹੋ ਗਿਆ ਜੀ 8,000 ਰੁਪਏ, ਤੁਹਾਨੂੰ 8,000 ਰੁਪਏ ਦੇ ਉੱਪਰ ਵੀ ਟੈਕਸ ਪੇ ਕਰਨਾ ਪੈਣਾ ਹੈ। ਉਸ ਤੋਂ ਬਾਅਦ ਨੈਸ਼ਨਲ ਸੇਵਿੰਗ ਸਰਟੀਫਿਕੇਟ, ਕੋਈ ਵੀ ਨੈਸ਼ਨਲ ਸੇਵਿੰਗ ਸਰਟੀਫਿਕੇਟ ਹੈਗਾ ਉਹਦਾ ਤੁਹਾਨੂੰ ਇੰਟਰਸਟ ਮਿਲਿਆ, ਉਹ ਵੀ 5,000 ਦੀ ਅਮਾਉਂਟ ਤੋਂ ਟੈਕਸੇਬਲ ਹੈ। Accrued interest on national saving certificate, ਇਹ ਤਾਂ ਹੋ ਗਿਆ। ਇੰਟਰਸਟ ਰਿਸੀਵਡ ਔਨ ਇਨਕਮ ਟੈਕਸ ਰਿਫੰਡ, ਇਨਕਮ ਟੈਕਸ ਦਾ ਰਿਫੰਡ ਜਿਹੜਾ ਹੋਇਆ ਹੁੰਦਾ ਉਹ ਅਮਾਉਂਟ ਨਹੀਂ ਹੈਗੀ, ਨਾਲ ਉਹਨੇ ਲਿਖਿਆ ਹੈਗਾ ਵੀ ਉਹਦੇ ਉੱਪਰ ਤੁਹਾਨੂੰ ਇੰਟਰਸਟ ਮਿਲਿਆ, ਜਿਹੜਾ ਇੰਟਰਸਟ ਮਿਲਿਆ ਹੋਊਗਾ ਉਹ ਤੁਹਾਨੂੰ ਇਨਕਮ ਦੇ ਵਿੱਚ ਦਿਖਾਣਾ ਪਊਗਾ। ਐਗਜ਼ਾਮਪਲ ਮੈਂ ਹੁਣ ਲਵਾਂ, ਇਨਕਮ ਟੈਕਸ ਤੋਂ ਮੰਨ ਲਓ ਤੁਹਾਨੂੰ 5,000 ਰੁਪਏ ਰਿਫੰਡ ਆਇਆ, ਅਸੀਂ 5,000 ਨਹੀਂ ਸ਼ੋ ਕਰਨਾ, 5,000 ਦੇ ਨਾਲ ਪਲੱਸ ਜਿਹੜੀ ਅਮਾਉਂਟ ਤੁਹਾਨੂੰ ਇੰਟਰਸਟ ਆਈ ਹੈ ਉਹ ਤੁਸੀਂ ਸ਼ੋ ਕਰਨੀ ਹੈ, ਠੀਕ ਹੈ। ਵਿਨਿੰਗ ਫਰੋਮ ਦੀ ਟੈਲੀਵਿਜ਼ਨ ਸ਼ੋ, ਟੈਲੀਵਿਜ਼ਨ ਸ਼ੋ ਤੋਂ ਮੈਨੂੰ 1 ਲੱਖ ਰੁਪਏ ਮਿਲੇ, ਉਹ ਸਾਡੀ ਇੱਕ ਤਰ੍ਹਾਂ ਦੀ ਲੋਟਰੀ ਹੋਗੀ, ਅਸੀਂ ਉਹਨੂੰ ਟੈਕਸੇਬਲ ਇਨਕਮ ਹੋਗੀ। ਗਿਫਟ ਰਿਸੀਵਡ ਫਰੋਮ ਮਾਈ ਫਰੈਂਡ, ਕਿਸੇ ਵੀ ਪ੍ਰਕਾਰ ਦਾ ਕੋਈ ਗਿਫਟ ਰਿਸੀਵ ਕਰ ਰਹੇ ਹਾਂ, ਅਗਰ 50,000 ਤੱਕ ਦੀ ਅਮਾਉਂਟ ਹੈ ਫਿਰ ਤਾਂ ਗੱਲ ਵੱਖਰੀ ਹੈ, 50,000 ਤੋਂ ਜ਼ਿਆਦਾ ਦੀ ਅਮਾਉਂਟ ਹੈ ਤਾਂ ਪੂਰੀ ਦੀ ਪੂਰੀ ਟੈਕਸੇਬਲ ਹੋ ਜਾਂਦੀ ਹੈ। 60,000 ਰੁਪਏ ਰਿਸੀਵ ਹੋਣਗੇ ਤਾਂ ਪੂਰੀ ਦੀ ਪੂਰੀ ਅਮਾਉਂਟ ਰਿਸੀਵੇਬਲ ਹੈ। ਤਾਂ ਨੀਚੇ ਉਹਨਾਂ ਟੋਟਲ ਕਰਕੇ ਦਿਖਾ ਦੋ ਤੁਹਾਡੀ ਟੈਕਸੇਬਲ ਇਨਕਮ ਫਰੋਮ ਦੀ ਅਦਰ ਸੋਰਸਿਸ ਬਾਈ 2,40,000 ਰੁਪਏ, 2,40,000 ਰੁਪਏ ਇਨਕਮ ਹੋਗੀ। ਮੰਨ ਲਈ ਇਹਦੇ ਵਿੱਚੋਂ ਥੋੜੀਆਂ ਇੱਕ ਤਾਂ ਪ੍ਰੋਵੀਡੈਂਟ ਫੰਡ ਵਾਲੀ, ਇੱਕ ਡਿਵੀਡੈਂਡ ਵਾਲੀ ਫੰਡ ਵਾਲੀ ਜਿਹੜੀ ਅਮਾਉਂਟ ਆ ਉਹ ਨੀਲ ਹੋ ਗਈਆਂ, ਬਾਕੀ ਸਾਰਿਆਂ ਦੇ ਉੱਪਰ ਥੋੜਾ ਟੈਕਸ ਲੱਗਣਾ ਹੀ ਲੱਗਣਾ ਹੈਗਾ। ਜੋ ਇਹਦਾ ਰੇਟ ਫਲੈਟ ਜਿਵੇਂ ਹੁੰਦਾ 30%, ਜਿੰਨੀ ਇਨਕਮ ਆ ਗਈ 30% ਥੋੜਾ ਰੇਟ ਲੱਗਣਾ, ਪਲੱਸ ਸੈਸ ਔਰ ਐਜੂਕੇਸ਼ਨ ਸੈਸ ਜਿਹੜੇ ਆ ਨਾਲ ਲੱਗਦੇ ਨੇ। ਨੈਕਸਟ ਟੌਪਿਕ ਹੈਗਾ ਐਡਵਾਂਸ ਟੈਕਸ ਪਲੈਨਿੰਗ ਐਂਡ ਟੈਕਸ ਐਡਵਾਈਸ। ਹਾਂਜੀ ਖਤਮ ਹੀ ਹੋਗਾ। ਐਡਵਾਂਸ ਟੈਕਸ ਪਲੈਨਿੰਗ ਪਹਿਲਾਂ ਗੱਲ ਕਰਦੇ ਹਾਂ ਵੀ ਐਡਵਾਂਸ ਟੈਕਸ ਕੀ ਹੁੰਦਾ। ਐਡਵਾਂਸ ਟੈਕਸ ਇਜ਼ ਅਨਦਰ ਮੈਥਡ ਆਫ ਕਲੈਕਸ਼ਨ ਟੈਕਸ ਬਾਈ ਦੀ ਸੈਂਟਰਲ ਗਵਰਨਮੈਂਟ ਇਨ ਦੀ ਫॉर्म ऑफ प्रीपेड टैक्स। गवर्नमेंट ने एक अलग तो ही मैथड लगाया हुआ भी, अगर कुछ पार्टीज चाहदियां ने भी उन्होंने पता भी साਡਾ हर साल इनकम टैक्स ਦਾ ਬਣਦਾ ਹੀ ਹੈਗਾ, ਵੀ ਉਹਨਾਂ ਨੂੰ ਲੱਗਦਾ ਵੀ ਅਗਰ ਉਹਨਾਂ ਨੇ ਪਹਿਲਾਂ ਤੋਂ ਹੀ ਉਹਨਾਂ ਨੂੰ ਲਾਸਟ ਦੇ ਜਿਹੜਾ ਬਰਡਨ ਨਾ ਲੱਗੇ ਤਾਂ ਕੁਆਟਰਲੀ ਬੇਸ ਤੇ ਆਪਣਾ ਉਹ ਟੈਕਸ ਪੇ ਕਰ ਸਕਦੇ ਨੇ। ਮੀਨ ਸਾਲ ਦੇ ਵਿੱਚ 4 ਵਾਰ ਆਪਣਾ ਕੁਝ ਟੈਕਸ ਜਮ੍ਹਾਂ ਕਰਾ ਦੇਣਗੇ, ਜਦੋਂ ਲਾਸਟ ਦੇ ਵਿੱਚ ਫਾਈਨਲ ਇਨਕਮ ਟੈਕਸ ਕੈਲਕੂਲੇਟ ਕਰਨਗੇ ਜਿੰਨਾ ਉਹਨਾਂ ਦਾ ਟੈਕਸ ਬਣਦਾ ਹੋਊਗਾ, ਜਿਹੜਾ ਪਹਿਲਾਂ ਪ੍ਰੀਪੇਡ ਨਾਲ ਜੋ ਉਹਨਾਂ ਨੇ ਭਰਤਾ ਉਹ ਮਾਈਨਸ ਕਰਕੇ ਬਾਕੀ ਕਰਨਾ ਪੈਂਦਾ ਹੈਗਾ। ਮਤਲਬ ਸਾਡੇ ਕੋਲ ਸਾਲ ਦੇ ਵਿੱਚ 4 ਡੇਟਸ ਆਉਂਦੀਆਂ ਹੈਗੀਆਂ ਨੇ ਜਿਹਦੇ ਵਿੱਚ ਅਸੀਂ ਕਹਿੰਦਾ ਇਨਕਮ ਟੈਕਸ ਪੇ ਕਰ ਸਕਦੇ ਹਾਂ। ਇਹ ਵੀ ਧਿਆਨ ਰੱਖਣਾ ਹੋਊਗਾ ਵੀ ਕਿਹੜੇ ਪਰਸਨਸ ਜਿਹੜੇ ਲੇਬਲ ਹੁੰਦੇ ਨੇ ਜਿਨ੍ਹਾਂ ਨੇ ਐਡਵਾਂਸ ਇਨਕਮ ਟੈਕਸ ਪੇ ਕਰ ਸਕਦੇ ਨੇ। ਮਤਲਬ ਇਹ ਨਹੀਂ ਵੀ ਸਭ ਲਈ ਜ਼ਰੂਰੀ ਹੈ ਵੀ ਸਾਰੇ ਹੀ ਭਰੋ, ਇਹਨਾਂ ਲਿਖਿਆ ਵੀ ਜਿਹੜਾ ਪਰਸਨ ਕੋਈ ਵੀ ਐਸਐਸਸੀ ਜਿਸ ਦਾ ਫਾਈਨੈਂਸ਼ੀਅਲ ਈਅਰ ਦਾ ਇਨਕਮ ਟੈਕਸ 10,000 ਤੋਂ ਜ਼ਿਆਦਾ ਹੋ ਜਾਂਦਾ ਹੈ ਉਹ ਲੇਬਲ ਬਣ ਜਾਂਦਾ ਹੈਗਾ ਐਡਵਾਂਸ ਟੈਕਸ ਪੇ ਕਰਨ ਲਈ। ਲੇਬਲ ਮਤਲਬ ਇਹ ਨਹੀਂ, ਗਵਰਨਮੈਂਟ ਤੁਹਾਨੂੰ ਇਹ ਨਹੀਂ ਕਹਿੰਦੀ ਵੀ ਲੈਬਿਲਿਟੀ ਭਰੋ, ਅਗਰ ਤੁਸੀਂ ਭਰਨਾ ਚਾਹੁੰਦੇ ਹੋ ਤਾਂ ਤੁਸੀਂ ਭਰ ਸਕਦੇ ਹੈਗੇ ਹੋ। ਲੈਬਿਲਿਟੀ ਤੁਹਾਡੇ ਲਈ ਮੀਨ ਤੁਸੀਂ ਆਪਣੇ ਨੂੰ ਸਮਝ ਸਕਦੇ ਹੋ ਵੀ ਹਾਂ ਮੈਂ ਲੇਬਲ ਹੈਗਾ ਐਡਵਾਂਸ ਟੈਕਸ ਭਰਨ ਲਈ, ਅਗਰ ਮੈਂ ਭਰਨਾ ਚਾਹਾਂ ਤਾਂ ਭਰ ਸਕਦਾ। ਇਹਨਾਂ ਨੇ ਗਵਰਨਮੈਂਟ ਨੇ ਇਹਦੇ ਵਿੱਚ ਸੈੱਟ ਵੀ ਕੀਤਾ ਹੋਇਆ ਕਿਹੜੀ ਕਿਹੜੀ ਤਰੀਕ ਹੈਗੀ ਹੈ ਜਿਹਦੇ ਵਿੱਚ ਤੁਸੀਂ ਐਡਵਾਂਸ ਟੈਕਸ ਪੇ ਕਰ ਸਕਦੇ ਹੈਗੇ ਹੋ। ਔਨ ਔਰ ਬਿਫੋਰ 15 ਜੂਨ, 15 ਜੂਨ ਜਾਂ 15 ਜੂਨ ਤੋਂ ਪਹਿਲਾਂ ਤੁਸੀਂ ਇੱਕ ਫਸਟ ਕਿਸ਼ਤ ਭਰ ਸਕਦੇ ਹੋ। ਉਸ ਤੋਂ ਬਾਅਦ ਔਨ ਔਰ ਬਿਫੋਰ 15 ਸਤੰਬਰ, ਠੀਕ ਹੈ ਜੀ, ਸਤੰਬਰ ਮਹੀਨਾ ਤੁਹਾਡਾ ਦੂਸਰਾ ਕੁਆਟਰ ਆ ਜਾਂਦਾ, ਤੁਸੀਂ ਐਡਵਾਂਸ ਟੈਕਸ ਪੇ ਕਰਨਾ ਉਦੋਂ ਵੀ ਭਰ ਸਕਦੇ ਹੋ। ਤੀਸਰੀ ਹੈਗੀ ਹੈ ਔਨ ਔਰ ਬਿਫੋਰ 15 ਦਸੰਬਰ, ਦਸੰਬਰ ਤੋਂ ਜਾਂ ਫਿਰ ਪਹਿਲਾਂ 15 ਤੋਂ ਵੀ 15 ਦਸੰਬਰ ਨੂੰ, ਉਦੋਂ ਵੀ ਤੁਸੀਂ ਤੀਸਰੀ ਕਿਸ਼ਤ ਭਰ ਸਕਦੇ ਹੋ। ਚੌਥੀ ਹੈਗੀ ਤੁਹਾਡੀ ਮਾਰਚ, 15 ਮਾਰਚ ਜਾਂ ਫਿਰ 15 ਮਾਰਚ ਤੋਂ ਪਹਿਲਾਂ। 4 ਕਿਸ਼ਤਾਂ ਤੁਸੀਂ ਇਨਕਮ ਟੈਕਸ ਜਿੰਨਾ ਜਮ੍ਹਾਂ ਕਰਤਾ ਹੋਊਗਾ, ਕਿਉਂਕਿ ਆਈਟੀਆਰ ਜਿਹੜੀ ਰਿਟਰਨ ਹੈ ਉਹ ਤਾਂ ਜੂਨ, ਜੁਲਾਈ, ਅਗਸਤ, ਕਈ ਵਾਰ ਸਤੰਬਰ ਹੁੰਦੀ ਹੈ, ਅਕਤੂਬਰ ਤੱਕ ਵੀ। ਹੁਣ ਤਾਂ ਜਿਵੇਂ ਲੋਕਡਾਊਨ ਕਰਕੇ ਥੋੜੀ ਅੱਗੇ ਵਧ ਗਈ, ਵੈਸੇ ਤਾਂ ਅਕਤੂਬਰ ਤੱਕ ਹੀ ਹੁੰਦੀ ਹੈ ਮੋਸਟਲੀ, ਜਾਂ ਸਤੰਬਰ ਤੱਕ ਹੈ। ਹੁਣ ਤਾਂ ਇਹਨਾਂ ਨੇ ਜਨਵਰੀ ਤੱਕ ਕਰਤੀ, ਇਸ ਸਾਲ ਤਾਂ ਵਧਾਤੀ।
ਤੇ ਵੈਸੇ ਮੋਸਟਲੀ ਜਿਹੜਾ ਇੰਡੀਵਿਜੂਅਲ ਕੇਸ ਹੁੰਦਾ ਉਹਦੀ ਜਿਵੇਂ ਹੁੰਦੀ ਹੈ ਸਤੰਬਰ ਤੱਕ ਹੀ ਹੁੰਦੀ ਹੈ, ਤੇ ਜਿਹੜੀ ਕੰਪਨੀ ਬੇਸ ਹੁੰਦੇ ਨੇ ਉਹ ਅਕਤੂਬਰ ਤੱਕ ਤਰੀਕ ਲੈ ਜਾਂਦੇ ਨੇ ਜਿਹਨਾਂ ਦਾ ਆਡਿਟ ਵਗੈਰਾ ਹੋਣਾ ਹੁੰਦਾ। ਤਾਂ ਮਤਲਬ ਤੁਸੀਂ ਜੇਕਰ 4 ਸਾਲ ਦੇ ਵਿੱਚ 4 ਵਾਰ ਤੁਸੀਂ ਐਡਵਾਂਸ ਟੈਕਸ ਪੇ ਕਰਤਾ ਹੋਊਗਾ, ਜਿੰਨਾ ਤੁਹਾਡਾ ਲਾਸਟ ਵਿੱਚ ਜਾ ਕੇ ਟੈਕਸ ਬਣਨਾ ਹੈ ਉਹ 4 ਵਾਰ ਕੁਆਟਰ ਤੁਹਾਡਾ ਜਿੰਨਾ ਪੇ ਕੀਤਾ ਹੋਇਆ ਉਹ ਮਾਈਨਸ ਹੋ ਕੇ ਤੁਹਾਨੂੰ ਬਾਕੀ ਜਮ੍ਹਾਂ ਕਰਵਾਉਣਾ ਹੁੰਦਾ ਹੈਗਾ। ਇਹ ਗਵਰਨਮੈਂਟ ਨੇ ਆਪਣੇ ਵੱਲੋਂ ਸੈਟਅਪ ਕੀਤਾ ਹੋਇਆ ਇਸ ਚੀਜ਼ ਬਾਰੇ। ਅੱਗੇ ਇਹਨਾਂ ਨੇ ਕਿਹਾ ਵੀ ਹੂ ਇਜ਼ ਲੇਬਲ ਟੂ ਪੇ ਐਡਵਾਂਸ ਟੈਕਸ, ਇਹਦੇ ਬਾਰੇ ਆਪਾਂ ਪਹਿਲਾਂ ਹੀ ਗੱਲ ਕਰ ਲਈ ਹੈਗੀ। ਅਗਰ ਕੋਈ ਐਸਐਸਸੀ ਜਿਸਦਾ ਇਨਕਮ ਟੈਕਸ ਸਾਲ ਦੇ ਵਿੱਚ ਕੈਲਕੂਲੇਸ਼ਨ ਕਰਨ ਤੇ ਉਹਨੂੰ ਪਤਾ ਵੀ 10,000 ਤੋਂ ਜ਼ਿਆਦਾ ਹੁੰਦਾ ਤਾਂ ਉਹਨੂੰ ਇਨਕਮ ਟੈਕਸ ਪੇ ਕਰਨੀ ਉਹ ਲੇਬਲ ਹੋ ਜਾਂਦਾ ਹੈਗਾ। ਐਡਵਾਂਸ ਟੈਕਸ ਪੇ ਕਰਨ ਲਈ ਕਹਿੰਦਾ ਐਸਐਸਸੀ ਨੂੰ ਕਹਿੰਦਾ ਕਿਸੇ ਕੋਲ ਜਾਣ ਦੀ ਲੋੜ ਨਹੀਂ ਹੈਗੀ, ਵੀ ਕੈਲਕੂਲੇਸ਼ਨ ਕਰਵਾਉਣ ਦੀ ਲੋੜ ਨਹੀਂ ਹੁੰਦੀ ਵੀ ਮੈਂ ਕਿੱਦਾਂ ਪੇ ਕਰਨਾ ਕੁਝ ਕਰਨਾ। ਤੁਸੀਂ ਆਪਣੀ ਇਨਕਮ ਦਾ ਐਸਟੀਮੇਸ਼ਨ ਲਗਾ ਲਓ, ਤੁਹਾਨੂੰ ਪਤਾ ਤਾਂ ਹੋਊਗਾ ਵੀ ਮੇਰੀ ਇੰਨੀ ਇਨਕਮ ਬਣਨੀ ਹੈਗੀ ਹੈ, ਉਸ ਦੇ ਅਕੋਰਡਿੰਗ ਤੁਸੀਂ ਆਪਣਾ ਟੈਕਸ ਪੇ ਕਰਦੇ ਚਲੇ ਜਾਓ। ਉਹਦੇ ਅਕੋਰਡਿੰਗ ਤੁਸੀਂ ਆਪਣਾ ਟੈਕਸ ਪੇ ਕਰ ਲਓ। ਅਗਰ ਤੁਹਾਨੂੰ ਲੱਗਦਾ ਵੀ ਤੁਹਾਡੀ ਇਨਕਮ 10-12 ਲੱਖ ਹੈਗੀ ਹੈ, ਤੁਸੀਂ ਉਸ ਦੇ ਅਕੋਰਡਿੰਗ ਸਲੈਬ ਰੇਟ ਦੇ ਵਿੱਚ ਆਪਣਾ ਟੈਕਸ ਸੈੱਟ ਕਰ ਲਓ ਕਿੰਨਾ ਬਣਦਾ ਹੈ। ਅਗਰ ਤੁਹਾਡਾ ਟੈਕਸ 10,000 ਤੋਂ ਜ਼ਿਆਦਾ ਹੋ ਜਾ ਰਿਹਾ ਤਾਂ ਤੁਸੀਂ ਆਪਣਾ ਇਨਕਮ ਟੈਕਸ ਪੇ ਕਰਨਾ ਸਟਾਰਟ ਕਰ ਦਿਓ। ਮੰਨ ਲਓ ਜਿੰਨੇ ਕੁਆਟਰ ਦੇ ਤੁਸੀਂ ਜਿੰਨਾ ਵੀ ਜਮ੍ਹਾਂ ਕਰਵਾ ਰਹੇ ਹੋ। ਰਿਬੇਟ ਦੀ ਐਡਜਸਟਮੈਂਟ ਵੀ ਆਪਣੇ ਵੱਲੋਂ ਮਤਲਬ ਇੱਕ ਤੁਸੀਂ ਆਪਣੇ ਵੱਲੋਂ ਹੀ ਕਰਨੀ, ਜਿਵੇਂ ਅਸੀਂ ਰਫ ਕੰਮ ਕਰਦੇ ਹੈਗੇ ਵੀ ਕਿਹੜੀ ਚੀਜ਼ਾਂ ਮੈਨੂੰ ਛੂਟ ਮਿਲਣੀ ਹੈਗੀ ਉਹ ਚੀਜ਼ਾਂ ਵੀ ਤੁਸੀਂ ਨਾਲ ਦੇਖ ਲਓਗੇ, ਕਿਉਂਕਿ ਤੁਹਾਨੂੰ ਸਰਚਾਰਜ ਔਨ ਟੈਕਸ ਵੀ ਦੇਖਣਾ ਪਊਗਾ ਅਗਰ ਸਰਚਾਰਜ ਲੱਗਦਾ ਹੈ, ਨਹੀਂ ਤਾਂ ਸੈਸ ਔਰ ਐਜੂਕੇਸ਼ਨ ਸੈਸ ਵੀ ਨਾਲ ਤੁਹਾਨੂੰ ਦੇਖਣੇ ਪੈਣੇ ਆ। मैंने एग्जांपल किया जिवें ਤੁਹਾਡੀ 10,000 रुपए इनकम टैक्स से होगी, ਤੁਸੀਂ ਇਹ ਤਾਂ ਨਹੀਂ ਕਹਿ ਸਕਦੇ 10,000 ਹੀ ਹੈ, ਕਿਉਂਕਿ ਉਹਦੇ ਉੱਪਰ ਸੈਸ ਔਰ ਐਜੂਕੇਸ਼ਨ ਸੈਸ ਵੀ ਲੱਗਣਾ ਹੈਗਾ, ਤਾਂ ਤੁਹਾਡੀ ਅਮਾਉਂਟ ਜੋ ਹੈ 10,000 ਸਮਥਿੰਗ ਹੋ ਜਾਣੀ ਹੈ। ਤਾਂ ਉਸ ਦੇ ਅਕੋਰਡਿੰਗ ਪਹਿਲਾਂ ਹੀ ਪਲੈਨਿੰਗ ਕਰ ਲਓ ਵੀ ਮੈਂ ਹਰ ਕੁਆਟਰ ਜਿਵੇਂ 1,500 ਜਾਂ 2,000 ਜਮ੍ਹਾਂ ਕਰਾ ਰਿਹਾ, ਕਿਉਂਕਿ ਕਈ ਵਾਰ ਲਾਸਟ ਬੰਦੇ ਨੂੰ ਜਾਣਾ ਨਾ ਇਕੱਠੀ ਪੇਮੈਂਟ ਕਰਨੀ ਗਵਰਨਮੈਂਟ ਨੂੰ ਇਦਾਂ ਲੱਗਦਾ ਹੁੰਦਾ ਵੀ ਮੇਰੇ ਉੱਪਰ ਬਰਡਨ ਹੈ। ਗਵਰਨਮੈਂਟ ਨੇ ਇਸੇ ਲਈ ਹੀ ਐਡਵਾਂਸ ਟੈਕਸ ਦੀ ਇੱਕ ਸਰਵਿਸ ਜੋ ਹੈ ਆਪਣੇ ਕੋਲ ਮੈਥਡ ਲਗਾਇਆ ਹੋਇਆ, ਤੁਸੀਂ ਕਿਸ਼ਤਾਂ 'ਚ ਪਹਿਲਾਂ ਹੀ ਜਮ੍ਹਾਂ ਕਰਾ ਦਿਓ, ਕਿਸੇ ਨੂੰ ਫਿਰ ਬਰਡਨ ਵੀ ਨਹੀਂ ਲੱਗਦਾ ਹੈਗਾ। ਜਿਹੜਾ ਐਡਵਾਂਸ ਟੈਕਸ ਉਹ ਜਮ੍ਹਾਂ ਕਿੱਦਾਂ ਹੁੰਦਾ ਹੈਗਾ, ਐਡਵਾਂਸ ਟੈਕਸ ਕਹਿੰਦਾ ਇੱਕ ਜਿਹੜਾ ਫਾਰਮ ਹੈ ਸਾਨੂੰ ਉਹ ਫਿਲ ਕਰਨਾ ਹੁੰਦਾ, ਉਹਦੇ ਵਿੱਚ ਐਸਐਸਸੀ ਦਾ ਨੇਮ, ਐਸਐਸਸੀ ਦਾ ਕੰਪਲੀਟ ਐਡਰੈਸ, ਉਹਦਾ ਪਰਮਾਨੈਂਟ ਅਕਾਊਂਟ ਨੰਬਰ ਮਤਲਬ ਕਿ ਪੈਨ ਨੰਬਰ, ਉਸ ਤੋਂ ਬਾਅਦ ਅਸੈਸਮੈਂਟ ਈਅਰ, ਕਿਹੜੇ ਸਾਲ ਦੇ ਵਿੱਚ ਤੁਸੀਂ ਅਸੈਸਮੈਂਟ ਕਰ ਰਹੇ ਹੋ, ਅਸੈਸਮੈਂਟ ਆਫੀਸਰ, ਵਾਰਡ ਔਰ ਸਰਕਲ, ਅਸੈਸਿੰਗ ਆਫੀਸਰ ਦਾ ਨਾਮ ਵੀ ਤੁਹਾਨੂੰ ਲਿਖਣਾ ਪੈਂਦਾ ਹੈ, ਜਿਹੜਾ ਵਾਰਡ ਔਰ ਸਰਕਲ ਤੁਹਾਡਾ ਪੈਂਦਾ। ਜਿਵੇਂ ਐਗਜ਼ਾਮਪਲ ਤੁਸੀਂ ਪੈਨ ਕਾਰਡ ਬਣਾਇਆ ਉਹਦੇ ਵਿੱਚ ਸਰਕਲ ਏਰੀਆ ਆਉਂਦਾ ਹੁੰਦਾ, ਵਾਰਡ ਕੋਡ ਜਾਂ ਏਰੀਆ ਕੋਡ ਵਗੈਰਾ ਆਉਂਦਾ, ਉਹ ਚੀਜ਼ ਤੁਹਾਨੂੰ ਪਾਣੀ ਪੈਂਦੀ ਹੈ। ਉਸ ਤੋਂ ਬਾਅਦ ਅਮਾਊਂਟ ਆਫ ਟੈਕਸ ਕਿੰਨੀ ਹੈ, ਸਰਚਾਰਜ ਔਨ ਟੈਕਸ ਕਿੰਨਾ ਹੈ, ਜਾਂ ਤੁਹਾਡਾ ਐਜੂਕੇਸ਼ਨ ਸੈਸ ਉਹ ਕਿੰਨਾ ਲੱਗਿਆ ਹੈਗਾ, ਉਹ ਤੁਹਾਨੂੰ ਅਲੱਗ-ਅਲੱਗ ਕਾਲਮ ਭਰ ਕੇ ਜਮ੍ਹਾਂ ਕਰਾਉਣਾ ਹੁੰਦਾ ਹੈ ਗਵਰਨਮੈਂਟ ਦੇ ਬੈਂਕ ਅਕਾਊਂਟ ਦੇ ਵਿੱਚ। ਚਲਾਨ ਆਨਲਾਈਨ ਹੀ ਨਿਕਲ ਜਾਂਦਾ, ਅੱਜ ਕੱਲ੍ਹ ਆਨਲਾਈਨ ਨਿਕਲ ਜਾਂਦਾ, ਆਨਲਾਈਨ ਨਿਕਲੇ ਤੁਸੀਂ ਬੈਂਕ ਜਾ ਕੇ ਜਮ੍ਹਾਂ ਕਰਾ ਦਿਓ, ਚਾਹੇ ਆਨਲਾਈਨ ਹੀ ਪੇਮੈਂਟ ਕਰ ਦਿਓ। ਹੁਣ ਤਾਂ ਬਹੁਤ ਵਧੀਆ ਫੈਸਿਲਿਟੀਜ਼ ਹੈ, ਆਨਲਾਈਨ ਹੀ ਹੋ ਜਾਂਦੀ ਪੇਮੈਂਟਸ। ਆਨਲਾਈਨ ਪੇਮੈਂਟਸ ਕਰਨ ਤੋਂ ਬਾਅਦ ਤੁਸੀਂ ਵੈਰੀਫਾਈ ਕਰ ਸਕਦੇ ਹੋ, ਈ ਵੈਰੀਫਾਈ। ਨਹੀਂ ਤਾਂ ਜ਼ਿਆਦਾਤਰ ਬੈਂਕ ਜਿਹੜਾ ਚਲਾਨ ਜਮ੍ਹਾਂ ਹੁੰਦਾ ਹੈ ਪੀਐਨਬੀ ਜਾਂ ਫਿਰ ਐਸਬੀਆਈ ਬੈਂਕ। ਗਵਰਨਮੈਂਟ ਦੇ ਦੋ ਮੇਨ ਬੈਂਕ ਨੇ, ਇੱਥੇ ਹੀ ਤੁਹਾਡਾ ਜ਼ਿਆਦਾਤਰ ਐਸਬੀਆਈ ਦੇ ਵਿੱਚ ਹੀ ਹੁੰਦੇ ਨੇ। ਐਸਬੀਆਈ ਦੇ ਵਿੱਚ ਜ਼ਿਆਦਾਤਰ ਹੁੰਦਾ ਵੀ ਐਸਬੀਆਈ ਦੇ ਵਿੱਚ ਹੀ ਜਮ੍ਹਾਂ ਹੋ ਜਾਂਦਾ ਨੇ। ਉਸ ਤੋਂ ਬਾਅਦ ਤੁਸੀਂ ਪਹਿਲਾਂ ਤਾਂ ਹੁੰਦਾ ਸੀਗਾ ਵੀ ਆਪਾਂ ਨੂੰ ਆਈਟੀਆਰ ਭਰ ਕੇ ਭੇਜਣੀ ਪੈਂਦੀ ਸੀਗੀਆਂ, ਹੁਣ ਤਾਂ ਸਿਸਟਮ ਹੀ ਖਤਮ ਹੋ ਗਿਆ, ਆਧਾਰ ਕਾਰਡ ਨਾਲ ਨੰਬਰ ਜੁੜਿਆ, ਈ ਵੈਰੀਫਾਈਡ ਹੀ ਹੋ ਜਾਂਦੀ ਹੈ, ਤੁਸੀਂ ਨਾਲ ਦੀ ਈ ਵੈਰੀਫਾਈਡ ਕਰਾਓ, ਬਟਨ ਹੀ ਖਤਮ ਹੋ ਗਿਆ ਸਾਰਾ ਕੰਮ। ਅਗਰ ਕਹਿੰਦੇ ਇਹ ਧਿਆਨ ਰੱਖ ਲਓ ਵੀ ਪੈਨ ਲਈ ਕਹਿੰਦਾ ਤੁਸੀਂ ਚਲਾਨ ਜ਼ਰੂਰ ਹੋਊਗਾ, ਪਰਮਾਨੈਂਟ ਅਕਾਊਂਟ ਮੈਂਡੇਟਰੀ ਹੈਗਾ। ਅਗਰ ਤੁਹਾਡੇ ਕੋਲ ਕਹਿੰਦਾ ਫਾਲਸ ਪੀਐਨ ਨੰਬਰ ਹੈਗਾ, ਮੰਨ ਲਈ ਪੈਨ ਕਾਰਡ ਨੰਬਰ ਫਾਲਸ ਹੈ ਜਾਂ ਤੁਹਾਡੇ ਕੋਲ ਡਬਲ ਹੈਗੇ ਨੇ, 10,000 ਤੱਕ ਦੀ ਪੈਨਲਟੀ ਹੈਗੀ ਹੈ ਅਗਰ ਤੁਸੀਂ ਪ੍ਰੋਪਰ ਡਿਟੇਲ ਨਹੀਂ ਦਿੰਦੇ ਹੈਗੇ। ਹਾਂਜੀ। ਐਡਵਾਂਸ ਟੈਕਸ ਦੀਆਂ ਡੇਟਸ ਮੈਂ ਤੁਹਾਨੂੰ ਪਹਿਲਾਂ ਹੀ ਦੱਸਦੀਆਂ, ਅਗਲੇ ਪੇਜ ਤੇ ਦੱਸੀਆਂ ਹੋਈਆਂ ਨੇ। ਇਹ ਡੇਟਸ ਯਾਦ ਰੱਖ ਲਿਓ ਐਡਵਾਂਸ ਟੈਕਸ ਦੇ ਵਿੱਚ। ਅਗਰ ਤੁਹਾਨੂੰ ਕੁਐਸਚਨ ਆ ਜਾਂਦਾ ਵੀ ਐਡਵਾਂਸ ਟੈਕਸ ਕੀ ਹੈ, ਤੁਸੀਂ ਨਾਲ ਦੀ ਨਾਲ ਇਹ ਡੇਟਸ ਵੀ ਪਾ ਦੋਗੇ ਤਾਂ ਉਹਦੇ ਨੰਬਰ ਜ਼ਿਆਦਾ ਹੋ ਜਾਣਗੇ। ਇਹਨਾਂ ਲਿਖਿਆ ਵੀ ਹੈ ਵੀ ਕਿਹੜੇ ਪਰਸਨਸ ਹੁੰਦੇ ਨੇ, ਕੋਈ ਵੀ ਸੈਲਰੀਡ ਪਰਸਨ, ਕੋਈ ਵੀ ਸੈਲਫ ਇੰਪਲੋਇਡ ਜਾਂ ਕੋਈ ਬਿਜ਼ਨਸਮੈਨ ਜਿਹੜੇ ਇਨਕਮ ਟੈਕਸ ਰਿਟਰਨ ਭਰਦੇ ਨੇ ਉਹਨਾਂ ਲਈ ਜ਼ਰੂਰੀ ਹੁੰਦਾ ਕਿ ਉਹ ਭਰ ਸਕਦੇ ਨੇ ਵੀ ਐਡਵਾਂਸ ਟੈਕਸ, ਕਿਉਂਕਿ ਗਵਰਨਮੈਂਟ ਨੇ ਤਾਂ ਇੱਕ ਫੈਸਿਲਿਟੀ ਹੈ ਵੀ ਪੈਸੇ ਇਕੱਠੇ ਕਰਨ ਦੀ, ਤੁਸੀਂ ਬਾਅਦ ਚ ਵੀ ਦੇਣਾ, ਅਗਰ ਪਹਿਲਾਂ ਦੇ ਦੋਗੇ ਤਾਂ ਫਾਇਦਾ ਤੁਹਾਡਾ ਹੀ ਹੁੰਦਾ, ਫਿਰ ਸਾਡੇ ਉੱਪਰ ਇੰਨਾ ਬਰਡਨ ਨਹੀਂ ਰਹਿੰਦਾ ਹੈਗਾ। ਫਿਰ ਤੁਹਾਡੇ ਕੋਲ ਕੁਐਸਚਨ ਇਹਦੇ ਵਿੱਚ ਹੈਗਾ ਕਨਸੀਕੁਐਂਸਿਸ ਆਫ ਨਾਨ ਪੇਮੈਂਟ ਆਫ ਐਡਵਾਂਸ ਟੈਕਸ। ਕੁਝ ਇਦਾਂ ਦੀ ਕੰਡੀਸ਼ਨ ਵੀ ਹੈਗੀਆਂ ਨੇ ਜਦੋਂ ਤੁਸੀਂ ਨਾਨ ਕੋਆਪਰੇਟਿਵ ਕਾਰਪੋਰੇਟ ਵਾਲੇ ਐਸਐਸਸੀ ਨੇ, ਮਤਲਬ ਜਿਹੜੇ ਮੀਨਸ ਕਾਰਪੋਰੇਟ ਦੇ ਵਿੱਚ ਕੰਮ ਨਹੀਂ ਹੈ ਉਹਨਾਂ ਲਈ ਐਸਐਸਸੀ ਲਈ ਕੁਝ ਕੰਡੀਸ਼ਨ ਲਿਖੀ ਹੈ। ਇਫ ਦੀ ਐਡਵਾਂਸ ਟੈਕਸ ਇਜ਼ ਪੇਡ ਫਸਟ ਟੂ ਇਨਸਟਾਲਮੈਂਟ ਇਜ਼ ਲੈਸ ਦੈਨ ਦੀ ਸਪੈਸੀਫਾਈਡ ਸਿੰਪਲ। ਅਗਰ ਕਹਿੰਦਾ ਤੁਹਾਡੀਆਂ ਜਿਹੜੀਆਂ ਕੰਡੀਸ਼ਨ ਗਵਰਨਮੈਂਟ ਨੇ ਲਿਖੀਆਂ ਹੈਗੀਆਂ ਨੇ ਵੀ ਤੁਸੀਂ ਪਹਿਲਾਂ ਜਿਵੇਂ 15% ਫਿਰ 40% ਤੱਕ ਪਹਿਲਾਂ ਤੋਂ ਕਿਸ਼ਤਾਂ ਪ੍ਰੋਪਰ ਤਰੀਕੇ ਨਾਲ ਨਹੀਂ ਭਰ ਸਕੇ ਹੈਗੇ, ਫਿਰ ਤੁਹਾਨੂੰ ਕੀ ਹੈ ਨੌਨ ਪੇਮੈਂਟ ਦੀ ਆ ਜਾਂਦੀ ਕਿ ਤੁਸੀਂ ਪੇਮੈਂਟ ਪ੍ਰੋਪਰ ਨਹੀਂ ਭਰੀ ਹੈਗੀ, ਤੁਹਾਨੂੰ ਉਹਦੇ ਨਾਲ ਇੰਟਰਸਟ ਦੇਣਾ ਪੈਂਦਾ ਹੈਗਾ। ਸਿੰਪਲ ਇੰਟਰਸਟ 1% ਪਰ ਮੰਥ ਇਜ਼ ਚਾਰਜ ਡੈਫੀਸ਼ੀਟ ਅਮਾਊਂਟ ਆਫ ਪੀਰੀਅਡ ਆਫ 3 ਮੰਥ। 3 ਮਹੀਨੇ ਤੱਕ ਫਿਰ ਤੁਹਾਨੂੰ ਪਹਿਲਾਂ ਵੀ ਜਿੰਨੀ ਅਮਾਊਂਟ ਘੱਟ ਹੁੰਦੀ ਹੈ ਉਹਦੇ ਉੱਪਰ 1% ਇੰਟਰਸਟ ਵੀ ਨਾਲ ਭਰਨਾ ਪੈਂਦਾ ਹੈ। ਐਡਵਾਂਸ ਟੈਕਸ ਇਹ ਨਹੀਂ ਹੈ ਵੀ ਤੁਸੀਂ ਆਪਣੇ ਮਨ ਨਾਲ ਕੁਛ ਹੀ ਭਰੋਗੇ, ਤਾਂ ਰੂਲ ਹੈ ਮਤਲਬ ਪਹਿਲੀ ਕਿਸ਼ਤ ਦੇ ਵਿੱਚ 15%, ਦੂਜੀ ਕਿਸ਼ਤ ਦੇ ਵਿੱਚ 40%। ਅਗਰ ਤੁਸੀਂ ਅਮਾਊਂਟ ਘੱਟ ਕੇ ਦੇ ਰਹੇ ਹੋ ਫਿਰ ਤੁਹਾਨੂੰ ਉਹਦੇ ਉੱਪਰ ਟੈਕਸ ਵੀ ਪੇ ਕਰਨਾ, ਮਤਲਬ ਇੰਟਰਸਟ ਦੇਣਾ ਪੈਂਦਾ।
ਹਾਂ ਅਗਰ ਤੁਸੀਂ ਮੀਨ ਇੱਕ ਰੂਲ ਹੈ ਗਵਰਨਮੈਂਟ ਦਾ, ਕਹਿੰਦਾ ਵੀ ਤੁਹਾਨੂੰ ਪਤਾ ਵੀ ਤੁਹਾਡਾ ਇੰਨਾ ਟੈਕਸ ਬਣਦਾ, ਕਿਉਂਕਿ ਅਸੀਂ ਤਾਂ ਐਸਟੀਮੇਸ਼ਨ ਲਗਾਉਣਾ ਸੀ ਆਪਣੀ ਇਨਕਮ ਦਾ, ਸਾਡੀ ਇੰਨੀ ਇਨਕਮ ਬਣਦੀ ਹੈਗੀ ਹੈ, ਉਸ ਦੇ ਅਕੋਰਡਿੰਗ ਤੁਸੀਂ ਪੇ ਕਰ ਰਹੇ ਹੋਗੇ ਹਰ, ਇਹ ਤਾਂ ਕਰੰਟ ਰਨਿੰਗ ਈਅਰ ਦੇ ਵਿੱਚ ਹੀ ਭਰੀ ਜਾਂਦੀ ਹੈਗੀ ਨੇ, ਤੁਹਾਨੂੰ ਪਤਾ ਮੈਨੂੰ ਇੰਨੀ ਇਨਕਮ ਦੀ। ਅਗਰ ਬਾਅਦ ਦੇ ਵਿੱਚ ਜਾ ਕੇ ਨਿਕਲਦਾ ਵੀ ਤੁਹਾਡੀ ਇਨਕਮ ਤੁਸੀਂ ਘੱਟ ਸੀਗਾ, ਤੁਸੀਂ ਘੱਟ ਅਮਾਊਂਟ ਜਮ੍ਹਾਂ ਕਰਾਈ ਹੈ, ਫਿਰ ਉਹਦੇ ਉੱਪਰ ਫਿਰ ਰੂਲ ਅਪਲਾਈ ਹੋ ਜਾਂਦਾ ਵੀ ਤੁਹਾਨੂੰ ਇੰਟਰਸਟ ਜਿੰਨੀ ਅਮਾਊਂਟ ਤੁਸੀਂ ਘੱਟ ਪੇ ਕਰੀ ਹੈ ਉਹਦੇ ਉੱਪਰ 1% ਇੰਟਰਸਟ ਨਾਲ 3 ਮਹੀਨੇ ਤੱਕ ਗਵਰਨਮੈਂਟ ਇਹ ਸਮਝਦੀ ਹੈ ਕਿ ਤੁਸੀਂ ਪ੍ਰੋਪਰ ਪੇਮੈਂਟ ਨਹੀਂ ਜਮ੍ਹਾਂ ਕਰਾਈ ਹੈਗੀ, ਫਿਰ ਤੁਹਾਨੂੰ ਇੰਟਰਸਟ ਪੇ ਕਰਨਾ ਪੈਂਦਾ। ਉਸ ਤੋਂ ਬਾਅਦ ਹੈਗਾ ਡਬਲ ਟੈਕਸੇਸ਼ਨ। ਡਬਲ ਟੈਕਸੇਸ਼ਨ ਦਾ ਮਤਲਬ ਕੀ ਹੁੰਦਾ, ਜਦੋਂ ਇੱਕ ਪਰਸਨ ਕਹਿੰਦਾ ਦੋ ਜਗ੍ਹਾ ਟੈਕਸ ਪੇ ਕਰ ਦਿੰਦਾ ਹੈ। ਐਗਜ਼ਾਮਪਲ ਕੋਈ ਪਰਸਨ ਹੈ ਡਬਲ ਕੰਟਰੀ ਦੇ ਵਿੱਚ ਜਿਵੇਂ ਟੈਕਸ ਪੇ ਕਰ ਰਿਹਾ, ਉਹਦਾ ਬਿਜ਼ਨਸ ਇੰਡੀਆ ਦੇ ਵਿੱਚ ਬਾਹਰ ਹੈ, ਇੰਡੀਆ 'ਚ ਰਹਿ ਰਿਹਾ, ਇੰਡੀਆ 'ਚ ਵੀ ਟੈਕਸ ਪੇ ਕਰਨਾ ਪੈਣਾ ਕਿਉਂਕਿ ਇਨਕਮ ਇੱਥੇ ਪੈ ਕੇ ਰਿਸੀਵ ਕਰ ਰਿਹਾ, ਟੈਕਸ ਬਾਹਰ ਵੀ ਪੇ ਕਰ ਰਿਹਾ ਹੈਗਾ, ਉਹਨੂੰ ਅਸੀਂ ਕਹਿੰਦੇ ਹੈਗੇ ਡਬਲ ਟੈਕਸੇਸ਼ਨ। ਪਰਸਨ ਲਿਖਿਆ ਵੀ ਹੈ, ਇਟ ਰੈਫਰ ਟੂ ਦੀ ਸਿਚੁਏਸ਼ਨ ਵੇਅਰ ਦੀ ਸੇਮ ਇਨਕਮ ਬਿਕਮ ਟੈਕਸੇਬਲ ਇਨ ਹੈਂਡ ਆਫ ਦੀ ਸੇਮ ਕੰਪਨੀ ਆਫ ਇੰਡੀਵਿਜੂਅਲ ਟੈਕਸ ਪੇਅਰ ਮੋਰ ਦੈਨ ਵਨ ਕੰਟਰੀ। ਜਦੋਂ ਇੱਕੋ ਹੀ ਪਰਸਨ ਨੂੰ ਕਹਿੰਦਾ ਮੋਰ ਦੈਨ ਵਨ ਕੰਟਰੀ ਟੈਕਸ ਪੇ ਕਰਨਾ ਪੈਂਦਾ ਹੈ, ਤਾਂ ਉਦਾਂ ਦੀ ਕੰਡੀਸ਼ਨ ਨੂੰ ਅਸੀਂ ਕਹਿ ਸਕਦੇ ਹੈਗੇ ਹਾਂ ਡਬਲ ਟੈਕਸੇਸ਼ਨ ਪਾਲਿਸੀ। ਉਸ ਤੋਂ ਬਾਅਦ ਇੱਕ ਨਾਲ ਲਿਖਿਆ ਵੀ ਹੈਗਾ, ਇਫ ਏ ਪਰਸਨ ਇਜ਼ ਅ ਰੈਜ਼ੀਡੈਂਟ ਆਫ ਅ ਕੰਟਰੀ ਹੈਵ ਪੇਡ ਟੈਕਸ ਇਨਕਮ ਟੈਕਸ ਔਨ ਆਊਟਸਾਈਡ, ਉਹੀ ਦੁਬਾਰਾ ਗੱਲ ਹੋਗੀ, ਇੰਡੀਆ ਦੇ ਵਿੱਚ ਰਹਿ ਰਿਹਾ ਹੈਗਾ, ਇਨਕਮ ਟੈਕਸ ਇੰਡੀਆ 'ਚ ਵੀ ਪੇ ਕਰ ਰਿਹਾ, ਇਨਕਮ ਬਾਹਰੋਂ ਜਨਰੇਟ ਹੋ ਰਹੀ ਤਾਂ ਬਾਹਰ ਵੀ ਟੈਕਸ ਪੇ ਕਰ ਰਿਹਾ, ਤਾਂ ਉਹਨੂੰ ਕੀ ਹੋ ਗਿਆ, ਅਸੀਂ ਇਨਕਮ ਡਬਲ ਟੈਕਸੇਸ਼ਨ ਪਾਲਿਸੀ ਦੇ ਵਿੱਚ ਲੈ ਲਾਂਗੇ। ਮੇਨ ਰੀਜ਼ਨ ਕੀ ਹੈਗੇ ਨੇ, ਕਹਿੰਦਾ ਕੋਈ ਕੰਪਨੀ ਹੈ, ਕੋਈ ਪਰਸਨ ਹੈ, ਇੱਕ ਤੋਂ ਜ਼ਿਆਦਾ ਕੰਟਰੀ 'ਚ ਰਹਿ ਰਿਹਾ ਹੈਗਾ ਤਾਂ ਉਹਨੂੰ ਟੈਕਸ ਪੇ ਕਰਨਾ ਪੈਂਦਾ ਹੈਗਾ। ਕੋਈ ਪਰਸਨ ਹੈ ਕਹਿੰਦਾ ਉਹਦੀ ਇਨਕਮ ਇੱਕ ਤੋਂ ਜ਼ਿਆਦਾ ਕੰਟਰੀ 'ਚ ਹੈਗੀ ਆ, ਉਹਨੂੰ ਡਬਲ ਟੈਕਸ ਪੇ ਕਰਨਾ ਪੈਂਦਾ, ਉਹ ਵੀ ਡਬਲ ਟੈਕਸੇਸ਼ਨ ਹੋ ਗਿਆ। ਕੋਈ ਪਰਸਨ ਨੋਨ ਰੈਜ਼ੀਡੈਂਟ ਹੈਗਾ ਬਹੁਤ ਕੰਟਰੀ ਦੇ ਵਿੱਚ, ਕਹਿੰਦਾ ਉਹ ਬਿਜ਼ਨਸ ਵੀ ਜਿਵੇਂ ਕਹਿ ਲਈਏ ਜੇ ਇਨਕਮ ਦੋਨੋਂ ਕੰਟਰੀ ਜਨਰੇਟ ਕਰ ਰਿਹਾ ਹੈਗਾ, ਇੰਡੀਆ ਦਾ ਪਰਸਨ ਨਹੀਂ ਹੈ ਲੇਕਿਨ ਕੰਮ ਇੰਡੀਆ 'ਚ ਵੀ ਹੋ ਰਿਹਾ ਬਾਹਰ ਵੀ ਹੋ ਰਿਹਾ, ਇੰਡੀਆ 'ਚ ਵੀ ਟੈਕਸ ਪੇ ਕਰ ਰਿਹਾ ਬਾਹਰ ਵੀ ਟੈਕਸ ਪੇ ਕਰ ਰਿਹਾ, ਤਾਂ ਇਦਾਂ ਦੀਆਂ ਕੰਡੀਸ਼ਨ ਹੁੰਦੀਆਂ ਨੇ ਜਿਹਦੇ ਕਰਕੇ ਉਹਨਾਂ ਨੂੰ ਡਬਲ ਟੈਕਸੇਸ਼ਨ ਪੇ। ਜਿਹੜੇ ਐਕਸਪੋਰਟ ਵਗੈਰਾ ਕੰਪਨੀ ਕਰਦੇ ਨੇ ਇਹ ਵੀ ਕਰਦੇ ਨੇ? ਹਾਂ ਸਾਰਾ ਕੁਝ ਹੁੰਦਾ ਵੀ ਇਨਕਮ ਟੈਕਸ ਸਾਨੂੰ ਭਰਨਾ ਹੀ ਪੈਂਦੀ ਰਿਟਰਨ ਨਾ, ਇਹ ਵੀ ਕਰਦੇ ਹੋ ਹੁਣ ਐਕਸਪੋਰਟ। ਉਸ ਪਰ ਲਿਖਿਆ ਰੂਲ ਡੂ ਯੂ ਟੂ ਦੀ ਵਿਚ ਡਬਲ ਟੈਕਸੇਸ਼ਨ ਰਾਈਜ਼। ਇਦਾਂ ਦੇ ਕਿਹੜੇ ਰੂਲਸ ਨੇ ਕਹਿੰਦਾ ਜਿਹਦੇ ਕਰਕੇ ਡਬਲ ਟੈਕਸੇਸ਼ਨ ਦੀ ਪਾਲਿਸੀ ਨਿਕਲ ਕੇ ਆਉਂਦੀ। ਸਭ ਤੋਂ ਪਹਿਲਾਂ ਸੋਰਸ ਆਫ ਇਨਕਮ ਰੂਲ। ਇਨਕਮ ਰੂਲ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਜਦੋਂ ਕਹਿੰਦਾ ਪਰਸਨ ਨੂੰ ਦੋ ਜਗ੍ਹਾ ਤੋਂ ਇਨਕਮ ਹੋ ਜਾਊਗੀ, ਇੰਡੀਆ ਤੋਂ ਵੀ ਹੋਗੀ, ਇੰਡੀਆ ਤੋਂ ਬਾਹਰ ਤੋਂ ਵੀ ਇਨਕਮ ਹੋਗੀ। ਦੂਸਰਾ ਰੂਲ ਹੈਗਾ ਰੈਜ਼ੀਡੈਂਸੀ ਰੂਲ। ਰੈਜ਼ੀਡੈਂਸੀ ਰੂਲ ਮੀਨਸ ਇੰਡੀਆ ਦੇ ਵਿੱਚ ਜੋ ਪਰਸਨ ਰਹਿ ਰਿਹਾ ਹੈਗਾ, ਜਿਹੜੇ ਆਪਾਂ ਨੇ ਪਿੱਛੇ ਕੰਡੀਸ਼ਨ ਪੜ੍ਹੀਆਂ ਸੀ 1 ਸਾਲ ਦੇ ਵਿੱਚ 182 ਦਿਨ, 3 ਸਾਲ ਦੇ ਵਿੱਚ ਕਿੰਨੇ ਦਿਨ ਪੜ੍ਹੇ ਸੀ ਆਪਾਂ ਨੇ, ਜੋ ਰੂਲ ਪੜ੍ਹੇ ਸੀ 1 ਸਾਲ ਦੇ ਵੀ ਪਿਛਲੇ ਸਾਲ ਦੇ 182 ਦਿਨ ਰਿਹਾ ਹੋਣਾ ਚਾਹੀਦਾ। ਉਸ ਤੋਂ ਬਾਅਦ ਆਪਾਂ ਨੇ ਕਿੰਨੇ ਸਾਲ ਦੇ ਪੜ੍ਹੇ ਸੀ, ਮੇਰੇ ਖਿਆਲ 3 ਸਾਲ ਦੇ ਵਿੱਚ, ਹਾਂ 3 ਪਤਾ ਨਹੀਂ 3 ਸਾਲ ਦੇ ਸੀ 4 ਸਾਲ ਦੇ ਸੀ, ਉਹਦੇ ਵਿੱਚ 365 ਦਿਨ ਇੰਡੀਆ ਵਿੱਚ ਹੋਣਾ ਚਾਹੀਦਾ ਹੈਗਾ। ਲਾਸਟ ਤੇ ਘੱਟੋ ਘੱਟ 60 ਦਿਨ ਇੱਕ ਮਹੀਨੇ ਦੇ, ਮਤਲਬ 60 ਦਿਨ ਇੱਕ ਸਾਲ ਪਿਛਲੇ ਸਾਲ ਦੇ ਵਿੱਚ ਹੋਣਾ ਚਾਹੀਦਾ ਹੈਗਾ। ਅਗਰ ਉਹ ਨਹੀਂ ਹੈ ਤਾਂ ਫਿਰ 7 ਸਾਲ ਦੇ ਵਿੱਚ 729 ਦਿਨ ਇੰਡੀਆ ਦੇ ਵਿੱਚ ਹੋਣਾ ਚਾਹੀਦਾ ਹੈ। ਅਗਰ ਉਹ ਕੰਡੀਸ਼ਨ ਹੋ ਗਈਆਂ ਜਾਂ ਫਿਰ ਕਹਿੰਦਾ ਵੀ ਪਰਸਨ ਇੰਡੀਆ ਦੇ ਵਿੱਚ ਹੈਗਾ, ਬਾਹਰ ਵੀ ਰਹਿ ਰਿਹਾ ਹੈਗਾ, ਦੋਨੋਂ ਪਾਸੇ ਉਹ ਟੈਕਸ ਪੇ ਕਰ ਰਿਹਾ, ਤਾਂ ਇਦਾਂ ਦੇ 2 ਰੂਲ ਨੇ ਜਿਹਦੇ ਬੇਸ ਤੇ ਡਬਲ ਟੈਕਸੇਸ਼ਨ ਪਾਲਿਸੀ ਬਣ ਜਾਂਦੀ ਹੈਗੀ, ਪਰਸਨ ਨੂੰ 2 ਜਗ੍ਹਾ ਟੈਕਸ ਪੇ ਕਰਨਾ ਪੈਂਦਾ ਹੈਗਾ। ਐਗਜ਼ਾਮਪਲ ਲਿਖਿਆ ਵੀ ਹੈਗਾ ਇਹਨਾਂ ਨੇ, if a person is resident in a country he may pay tax on income earned outside that country as well। ਇੱਕ ਪਰਸਨ ਕਹਿੰਦਾ ਕੰਟਰੀ ਦੇ ਰੈਜ਼ੀਡੈਂਟ ਹੈਗਾ, ਉਹ ਇਨਕਮ ਉਹਨੂੰ ਬਾਹਰੋਂ ਰਿਸੀਵ ਹੋ ਰਹੀ ਹੈਗੀ ਹੈ, ਤਾਂ ਉਹਨੇ ਬਾਹਰ ਦਾ ਇਨਕਮ ਟੈਕਸ ਪੇ ਕਰਨਾ ਹੀ ਹੈ। ਇੰਡੀਆ ਦੇ ਵਿੱਚ ਰਹਿ ਰਿਹਾ ਹੈਗਾ, ਇੰਡੀਆ ਦੇ ਵਿੱਚ ਵੀ ਟੈਕਸ ਭਰਨਾ ਹੈ, ਜਿਹਦੇ ਕਰਕੇ ਕਹਿੰਦਾ ਉਹਨੂੰ ਆਪਣੇ ਰੂਲਸ ਜਿਹੜੇ ਨੇ ਡਬਲ ਟੈਕਸੇਸ਼ਨ ਵਾਲੇ ਅਪਲਾਈ ਹੋ ਜਾਂਦੇ ਹੈਗੇ ਨੇ। ਫਿਰ ਹੈਗਾ ਟਾਈਪਸ ਆਫ ਰਿਲੀਫ। ਕੁਝ ਗਵਰਨਮੈਂਟਸ ਕਹਿੰਦਾ ਰਿਲੀਫ ਵੀ ਦਿੰਦੀਆਂ ਹੈਗੀਆਂ ਨੇ। ਰਿਲੀਫ ਦਾ ਮਤਲਬ ਹੋ ਗਿਆ ਕੁਝ ਜਿਵੇਂ ਛੂਟ ਵਗੈਰਾ। 2 ਪ੍ਰਕਾਰ ਦੇ ਰਿਲੀਫ ਮਿਲਦੇ ਨੇ, ਇੱਕ ਹੈਗਾ ਯੂਨੀਲੈਟਰਲ ਰਿਲੀਫ, ਇੱਕ ਹੈਗਾ ਬਿਲੇਟਰਲ ਰਿਲੀਫ। ਪਹਿਲਾਂ ਯੂਨੀਲੈਟਰਲ ਦੇ ਬਾਰੇ ਪੜ੍ਹਦੇ ਹਾਂ। ਇੰਡੀਅਨ ਗਵਰਨਮੈਂਟ ਕੈਨ ਰਿਲੀਵ ਔਨ ਇੰਡੀਵਿਜੂਅਲ ਫॉर्म burden of double taxation respective of where there is a DTA between India and the other country concerned or not, other certain conditions, cases where a person enjoy double taxation relief as per the unilateral relief scheme। ਜਿੱਥੇ ਕਹਿੰਦਾ ਇੰਡੀਅਨ ਕੰਟਰੀ ਦੇ ਵਿੱਚ ਕੋਈ ਬਰਡਨ ਜਿਵੇਂ ਹਰ ਇੱਕ ਪਰਸਨ ਦੇ ਉੱਪਰ ਜਿਵੇਂ ਗੱਲ ਪਰਸਨ ਇਦਾਂ ਦਾ ਹੈਗਾ ਡਬਲ ਟੈਕਸੇਸ਼ਨ ਹੈ, ਅਗਰ ਉਹਨਾਂ ਦੇ ਕਹਿੰਦਾ DTA ਫੁੱਲ, ਅਗਰ ਕਹਿੰਦਾ ਇੰਡੀਅਨ ਕੋਈ ਵੀ ਕੰਟਰੀ ਹੈ ਜਿਵੇਂ ਇੰਡੀਅਨ ਗਵਰਨਮੈਂਟ ਹੀ ਹੈ, ਅਗਰ ਕਹਿੰਦਾ ਇੰਡੀਅਨ ਗਵਰਨਮੈਂਟ ਦਾ ਅਦਰ ਕੰਟਰੀ ਦੇ ਨਾਲ ਡਬਲ ਟੈਕਸੇਸ਼ਨ ਅਵੋਇਡੈਂਸ ਕੰਟਰੈਕਟ ਜਾਂ ਫਿਰ ਐਕਟ ਵਗੈਰਾ ਹੈਗਾ ਕੋਈ, ਤਾਂ ਉੱਥੇ ਕਹਿੰਦਾ ਸਿੰਗਲ ਪਰਸਨ ਨੂੰ ਇੱਕ ਫਾਇਦਾ ਮਿਲ ਜਾਂਦਾ ਹੈਗਾ ਕਿ ਇੱਕ ਜਗ੍ਹਾ ਤੇ ਉਹ ਡਬਲ ਜਗ੍ਹਾ ਟੈਕਸ ਨਹੀਂ ਪੇ ਕਰਦਾ ਹੈਗਾ, ਫਿਰ ਉਹਨੂੰ ਇੱਕ ਕੰਟਰੀ ਦੇ ਵਿੱਚ ਹੀ ਟੈਕਸ ਪੇ ਕਰਨਾ ਹੁੰਦਾ ਹੈ। ਇਹ ਜ਼ਰੂਰੀ ਹੈ ਕਿ ਕੰਟਰੀ ਦਾ ਦੂਸਰੀ ਕੰਟਰੀ ਦੇ ਨਾਲ ਐਗਰੀਮੈਂਟ ਹੋਣਾ ਜ਼ਰੂਰੀ ਹੈ। ਅਗਰ ਐਗਰੀਮੈਂਟ ਨਹੀਂ ਹੈਗਾ ਫਿਰ ਤਾਂ ਟੈਕਸ ਦੋਨੀ ਜਗ੍ਹਾ ਭਰਨਾ ਹੀ ਪੈਣਾ ਹੈਗਾ, ਫਿਰ ਕੋਈ ਕੰਡੀਸ਼ਨ ਰਹਿੰਦੀ ਨਹੀਂ ਹੈਗੀ। ਇੱਕ ਹੈਗਾ ਬਿਲੇਟਰਲ ਰਿਲੀਫ। ਬਿਲੇਟਰਲ ਰਿਲੀਫ ਦੇ ਵਿੱਚ ਲਿਖਿਆ ਹੈਗਾ ਇਫ ਇੰਡੀਅਨ ਗਵਰਨਮੈਂਟ ਪ੍ਰੋਵਾਈਡਸ protection against double taxation by entering into a mutually agreed tax treaty double taxation with another country। ਅਗਰ ਕਹਿੰਦਾ ਇੰਡੀਅਨ ਗਵਰਨਮੈਂਟ ਮਿਊਚੁਅਲੀ ਆਪਣੀ ਸਹਿਮਤੀ ਦੇ ਨਾਲ ਦੂਸਰੀ ਕੰਟਰੀ ਦੇ ਨਾਲ ਮਿਲ ਕੇ ਆਪਣੀ ਜਿਹੜੀ ਟੈਕਸ ਨੂੰ ਛੂਟ ਦੇ ਵਿੱਚ ਦੇ ਲੈਂਦੇ ਜਾਂ ਫਿਰ ਡਬਲ ਟੈਕਸ ਅਵੋਇਡੈਂਸ ਐਕਟ ਜਿਹੜਾ ਹੋ ਗਿਆ ਉਹਦੇ ਵਿੱਚ ਸਾਈਨ ਕਰਦੇ ਹੈਗੇ ਨੇ, ਫਿਰ ਡਬਲ ਟੈਕਸੇਸ਼ਨ ਦੇ ਵਿੱਚ ਸਾਨੂੰ ਕੀ ਛੂਟ ਮਿਲ ਜਾਂਦੀ ਹੈਗੀ ਹੈ। ਫਿਰ ਪਰਸਨ ਨੂੰ ਇੱਕ ਫਾਇਦਾ ਹੋ ਜਾਂਦਾ ਕਿ ਉਹਨੂੰ ਇੱਕ ਜਗ੍ਹਾ ਹੀ ਜਿੱਥੇ ਉਹ ਪਰਸਨ ਰਹਿ ਰਿਹਾ ਹੁੰਦਾ ਉੱਥੇ ਉਹ ਟੈਕਸ ਪੇ ਕਰ ਦਿੰਦਾ, ਦੂਸਰੀ ਕੰਟਰੀ 'ਚ ਉਹਨੂੰ ਪੇ ਕਰਨ ਦੀ ਲੋੜ
ਨਹੀਂ ਪੈਂਦੀ। ਜ਼ਰੂਰੀ ਹੈ ਕਿ ਉਹਨਾਂ ਦਾ ਅਵੋਇਡੈਂਸ ਐਕਟ ਦੇ ਵਿੱਚ ਸਾਈਨ ਹੋਇਆ ਹੋਣਾ ਚਾਹੀਦਾ ਜਾਂ ਫਿਰ ਐਕਟ ਪਾਸ ਹੋਣਾ ਹੋਇਆ ਚਾਹੀਦਾ ਕੰਟਰੀ ਦਾ ਦੂਸਰੀ ਕੰਟਰੀ ਦਾ। ਅਗਰ ਇਹ ਨਹੀਂ ਪਾਸ ਹੋਇਆ ਹੋਇਆ ਤਾਂ ਤੁਹਾਨੂੰ ਕੋਈ ਵੀ ਛੂਟ ਨਹੀਂ ਮਿਲਣ ਵਾਲੀ। ਫਿਰ ਸਾਨੂੰ ਹਰੇਕ ਪਰਸਨ ਨੂੰ ਕੀ ਹੈ ਦੋਨੋਂ ਪਾਸੋਂ ਹੀ ਟੈਕਸ ਪੇ ਕਰਨਾ ਪੈਂਦਾ ਹੈਗਾ।